ਸਟਾਰਟ ਆਗ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ ਫੇਰ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਸਟਾਰਟ ਆਗ ਦਾ ਨਵਾਂ ਐਪੀਸੋਡ ਤੁਹਾਡੇ ਲਈ ਪੇਸ਼ ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਸਟਾਰਟ ਆਗ ਵਿੱਚ ਆਪਾਂ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕਰਦੇ ਹਾਂ, ਜਿਹੜੇ ਆਲੇ ਦੁਆਲੇ ਆਪਣੇ ਜੋ ਕੁਝ ਵਾਪਰਦਾ ਹੈ, ਜੋ ਕੁਝ ਆਪਾਂ ਦੇਖਦੇ ਆ, ਜਿਹੜੀਆਂ ਚੀਜ਼ਾਂ ਆਪਾਂ ਨੂੰ ਪ੍ਰਭਾਵਿਤ ਕਰਦੀਆਂ, ਜਿਹੜੇ ਮੁੱਦੇ ਕਿਹੜੇ ਇਸ਼ੂ ਆਪਾਂ ਨੂੰ ਪ੍ਰਭਾਵਿਤ ਕਰਦੇ, ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਸੋ ਅੱਜ ਵੀ ਇੱਕ ਇਸੇ ਤਰ੍ਹਾਂ ਹੀ ਜਿਹੜਾ ਆਪਣੇ ਆਲੇ ਦੁਆਲੇ ਜੋ ਕੁਝ ਹੋ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਮੇਰੇ ਨਾਲ ਸਟੂਡੀਓ ਵਿੱਚ ਅੱਜ ਹਾਜ਼ਰ ਨੇ ਹਰਕੀਰਤ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਗਰੇਵਾਲ ਸਾਹਿਬ। ਹਰਕੀਰਤ ਜੀ, ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਇਕੋਨਮੀਜ਼ ਹੁਣ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ, ਸਰਕਾਰਾਂ ਵੱਲੋਂ ਅਲੱਗ-ਅਲੱਗ ਜਿਹੜੇ ਫੇਜ਼ਿਸ ਦੇ ਵਿੱਚ ਜਿਹੜੀ ਆਰਥਿਕਤਾ ਨੂੰ ਖੋਲ੍ਹਿਆ ਜਾ ਰਿਹਾ। ਜੇ ਆਪਾਂ ਅੰਟਾਰੀਓ ਦੀ ਗੱਲ ਕਰੀਏ, ਅੰਟਾਰੀਓ ਦੇ ਵਿੱਚ ਵੀ ਹੁਣ ਫੇਜ਼ 3 ਸ਼ੁਰੂ ਹੋ ਗਿਆ। ਬਹੁਤ ਸਾਰੇ ਹਿੱਸੇ ਜਿਹੜੇ ਖੁੱਲ੍ਹ ਗਏ ਨੇ, ਕਾਫੀ ਕਹਿ ਰਹੇ ਨੇ ਵੀ ਹੁਣ ਅਗਲੇ ਹਫ਼ਤੇ ਖੁੱਲ੍ਹਣਗੇ। ਪਰ ਚਲੋ ਹੁਣ ਤਾਂ ਜਿਹੜਾ ਫੇਜ਼ ਸ਼ੁਰੂ ਹੋ ਗਿਆ ਨੇ ਖੋਲ੍ਹਣੇ, ਪਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਬਿਜ਼ਨਸ ਸੀ ਜਿਨ੍ਹਾਂ ਦੇ ਵਿੱਚ ਸੈਲਫ ਇੰਪਲੋਇਡ ਲੋਕ ਕੰਮ ਕਰਦੇ ਸੀਗੇ, ਵੀ ਜਿਹੜੇ ਰਿਸਟ੍ਰਿਕਟਡ ਸੀਗੇ, ਕੰਮ ਨਹੀਂ ਸੀ ਕਰ ਸਕਦੇ, ਪਰ ਲੋਕ ਕਰੀ ਜਾਂਦੇ ਸੀ। ਜਿਵੇਂ ਕਿ ਆਪਾਂ ਉਦਾਹਰਨ ਲੈ ਲਈਏ, ਜਿਹੜੇ ਡਰਾਈਵਿੰਗ ਸਕੂਲਸ ਨੇ, ਕਿਸੇ ਤਰ੍ਹਾਂ ਦਾ ਵੀ ਡਰਾਈਵਿੰਗ ਸਕੂਲ ਹੋਵੇ, ਭਾਵੇਂ ਉਹ ਟਰੱਕ ਡਰਾਈਵਿੰਗ ਹੋਵੇ ਜਾਂ ਕਾਰ ਡਰਾਈਵਿੰਗ ਹੋਵੇ। ਸੋ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਵੀ ਜਿਹੜੇ ਇੰਸਟਰਕਟਰ ਸੀਗੇ ਉਹ ਇਲੀਗਲੀ ਜਿਹੜੇ ਲੋਕਾਂ ਨੂੰ ਲਾਇਸੈਂਸ ਦੇ ਰਿਹਾ ਸੀ, ਅਤੇ ਉਹਦੇ ਤੋਂ ਬਾਅਦ ਉਹ ਆਪ ਇਨਫੈਕਟਡ ਹੋਏ ਅਤੇ ਉਸ ਤੋਂ ਬਾਅਦ ਆਪਣੀਆਂ ਫੈਮਲੀਜ਼ ਇਨਫੈਕਟਡ ਕੀਤੀਆਂ। ਸੋ ਕਾਫੀ ਜਿਹੜੀਆਂ ਇਹ ਚੀਜ਼ ਅੱਜ ਕੱਲ੍ਹ ਚਰਚਾ ਦੇ ਵਿੱਚ ਹੈ। ਪਹਿਲਾਂ ਤਾਂ ਤੁਸੀਂ ਇਸ 'ਤੇ ਆਪਣੇ ਵਿਚਾਰ ਦਿਓ ਵੀ ਕੀ ਆਪਣੀ ਕੋਈ ਇਸ ਤਰ੍ਹਾਂ ਦੀ ਮੋਰਲ ਡਿਊਟੀ ਨਹੀਂ ਬਣਦੀ ਵੀ ਆਪਾਂ ਜਿਹੜੇ ਲਾਜ਼ ਨੂੰ ਓਬੇ ਕਰੀਏ? ਦੇਖੋ, ਅਸੀਂ ਹਮੇਸ਼ਾ ਗਰੇਵਾਲ ਸਾਹਿਬ ਆਪਣੇ ਰਾਈਟਸ ਦੀ ਗੱਲ ਕਰਦੇ ਹਾਂ। ਜਦ ਵੀ ਜਦੋਂ ਕਰੋਨਾ ਸ਼ੁਰੂ ਹੋਇਆ, ਜਦ ਵੀ ਇਹ ਸਾਡੀ ਜ਼ਿੰਦਗੀ 'ਚ ਆਇਆ, ਹੁਣ ਤਾਂ ਇਹ ਐਂ ਲੱਗਦਾ ਜਿਵੇਂ ਪਾਰਟ ਆਫ ਆਵਰ ਲਾਈਫ ਰਹੇਗਾ। ਅਸੀਂ ਸ਼ਾਇਦ ਇਦੋਂ ਪਹਿਲਾਂ ਦੀ ਜਿਹੜੀ ਇਹ ਗੱਲ ਆਪਾਂ ਆਪਣੇ ਆਉਣ ਵਾਲੇ ਟਾਈਮ 'ਚ ਗੱਲ ਕਰਿਆ ਕਰਾਂਗੇ, ਤਾਂ ਸ਼ਾਇਦ ਪੋਸਟ ਕਰੋਨਾ ਜਾਂ ਪ੍ਰੀ ਕਰੋਨਾ ਟਾਈਮ ਦੀ ਗੱਲ ਕਰਿਆ ਕਰਾਂਗੇ। ਹੁਣ ਤਾਂ ਮੈਨੂੰ ਲੱਗਦਾ ਇਹ ਹੋ ਜਾਣਾ ਵੀ ਕਰੋਨਾ ਇਸ ਤੋਂ ਡਰੋ ਨਾ। ਨਹੀਂ ਜੀ, ਡਰੋ ਨਾ ਦਾ ਜਿਹੜੀ ਤੁਹਾਡੀ ਗੱਲ ਹੈ, ਇਹ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਸਾਨੂੰ ਇਹ ਡਰੋ ਨਾ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਹੈਗੀ ਹੈ। ਕਿਉਂਕਿ ਜਿਹੜੀ ਚੀਜ਼ ਸਾਡੇ ਸਾਹਮਣੇ ਪ੍ਰਤੱਖ ਰੂਪ ਵਿੱਚ ਸਾਹਮਣ ਹੈ, ਭਾਵੇਂ ਕਰੋਨਾ ਇੱਕ ਆਦਰਸ਼ ਚੀਜ਼ ਹੈ, ਭਾਵੇਂ ਉਹ ਬਹੁਤ ਮਾਈਨਿਊਟ ਬਹੁਤ ਛੋਟਾ ਪਾਰਟੀਕਲ ਹੈ, ਲੇਕਿਨ ਉਹਨੇ ਐਡਾ ਬੜਾ ਜੋ ਨੁਕਸਾਨ ਕੀਤਾ ਹੈ, ਔਰ ਜਾਂ ਸਾਡੀ ਸਮਾਜਿਕ ਤੌਰ 'ਤੇ ਸਾਡੀ ਜ਼ਿੰਦਗੀ ਦੇ ਉੱਪਰ ਜਾਂ ਪੋਲੀਟੀਕਲ ਜਾਂ ਜਿਹਨੇ ਵੀ ਈਵਨ ਇਕਨੋਮੀ ਤੌਰ ਦੇ ਉੱਪਰ, ਇਕਨੋਮਿਕਲ ਤੌਰ ਦੇ ਉੱਪਰ ਜਿਹੜਾ ਵੀ ਉਹਨਾਂ ਨੇ ਸਾਨੂੰ ਡਿਸਟਰਬ ਕੀਤਾ, ਸਾਡੀ ਲਾਈਫ ਨੂੰ ਇੰਪੈਕਟ ਕੀਤਾ, ਉਹ ਬਹੁਤ ਵੱਡਾ ਇੰਪੈਕਟ ਹੈ। ਸੋ ਸਾਨੂੰ ਨਜ਼ਰ ਆਉਂਦੇ ਨਾ ਹੋਏ ਵੀ ਜੋ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ, ਸੋ ਸਾਨੂੰ ਉਹ ਜਿਵੇਂ ਤੁਸੀਂ ਗੱਲ ਕਰਿਓ ਨਾ ਡਰੋ ਵਾਲੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ। ਡਰਨਾ ਵੀ ਬਹੁਤ ਚਾਹੀਦਾ ਹੈ। ਉਹ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਮੋਸਟਲੀ ਜਿਹੜੇ ਯੰਗ ਪੀਪਲ ਨੇ, ਆਪਾਂ ਕਹਿੰਦੇ ਹਾਂ ਕਿ ਨਹੀਂ, ਇਹ ਸਿਰਫ ਬਜ਼ੁਰਗਾਂ ਨੂੰ ਅਤੇ ਬੱਚਿਆਂ ਨੂੰ ਸਾਨੂੰ ਸੇਫ ਰੱਖਣਾ ਚਾਹੀਦਾ ਇਹਦੇ ਬਾਰੇ। ਔਰ ਕਿਉਂਕਿ ਬਜ਼ੁਰਗ ਜਿੰਨੇ ਵੀ ਮੋਸਟਲੀ ਜਿਹੜੀਆਂ ਆਪਾਂ ਇਹਦੀ ਦੇਖੇ ਵੀ ਜਿਹੜੇ ਡੈਥਸ ਹੋਈਆਂ ਨੇ ਸਾਰੇ ਆਲ ਓਵਰ ਦ ਵਰਲਡ, ਆਪਾਂ ਡਾਟਾ ਨੂੰ ਆਪਾਂ ਐਨਲਾਈਜ਼ ਕੀਤਾ, ਮੈਂ ਦੇਖਿਆ ਕਿ ਜਿਹੜੀਆਂ ਮੋਸਟਲੀ ਜਿਹੜੀਆਂ ਡੈਥਸ ਨੇ ਉਹ ਜਿਹੜੀਆਂ 60-65 ਤੋਂ ਉੱਪਰ ਜਿੰਨੇ ਵੀ ਬਜ਼ੁਰਗ ਨੇ ਜਾਂ ਉਹ ਜਿਹੜੀ ਏਜ ਨੇ, ਓਲਡ ਏਜ ਹੋਮਸ ਵਿੱਚ ਹੈ ਨੇ, ਜਿਹੜੇ ਹੋਰ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਇੰਪੈਕਟ ਪਿਆ ਇਸ ਚੀਜ਼ ਦੇ ਉੱਪਰ। ਔਰ ਬੱਚੇ ਜਿਹੜੇ ਕਿ ਛੋਟੇ ਬੱਚੇ ਹੁੰਦੇ ਨੇ, ਉਹਨਾਂ ਵਾਸਤੇ ਵੀ ਇਹ ਬਹੁਤ ਜਾਨਲੇਵਾ ਸਿੱਧ ਹੋਇਆ। ਸੋ ਲੇਕਿਨ ਜਿਹੜੇ ਵਿਚਾਰਲੇ ਆਪਣੀ ਇਸ ਜਿਹੜੇ ਯੰਗਸਟਰਸ ਨੇ, ਜਿਹਨੇ 21 ਸਾਲ ਤੋਂ ਨੀਚੇ ਜਾਂ 25 ਸਾਲ ਤੋਂ ਨੀਚੇ ਨੇ, ਉਹ ਇਸ ਚੀਜ਼ ਨੂੰ ਜ਼ਰਾ ਸੀਰੀਅਸ ਨਹੀਂ ਲੈਂਦੇ। ਨਹੀਂ ਜੀ, ਅਸੀਂ ਤਾਂ ਯੰਗ ਹੈ, ਸਾਡੀ ਇਮਿਊਨਿਟੀ ਬਹੁਤ ਜ਼ਿਆਦਾ ਸਟਰੋਂਗ ਹੈ, ਜਾਂ ਸਾਨੂੰ ਕੁਛ ਨਹੀਂ ਹੋਏਗਾ, ਜਾਂ ਸਾਨੂੰ ਪਹਿਲੀ ਗੱਲ ਤਾਂ ਇਨਫੈਕਟ ਹੀ ਨਹੀਂ ਹੋਊਗਾ, ਉਹ ਇਹ ਸੋਚਦੇ ਨੇ। ਬਿਲਕੁਲ। ਦੂਸਰੀ ਗੱਲ ਇਹ ਸੋਚਦਾ ਕਿ ਮੈਂ ਕਈ ਲੋਕਾਂ ਨਾਲ ਇੱਥੇ ਵੀ ਗੱਲ ਕੀਤੀ, ਯੰਗਸਟਰਸ ਨਾਲ, ਮੇਰੇ ਕੋਲ ਦੇਖੋ ਸਟੂਡੈਂਟਸ ਮੇਰੇ ਕੋਲ ਬਹੁਤ ਜ਼ਿਆਦਾ ਆਉਂਦੇ ਨੇ, ਜਾਂ ਮੈਂ ਇੰਡੀਆ ਵੀ ਕਾਫੀ ਯੰਗਸਟਰਸ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਸੋ ਮੈਂ ਉਹਨੂੰ ਪੁੱਛਿਆ, ਉਹ ਮੈਨੂੰ ਕਹਿੰਦੇ ਨੇ ਨਹੀਂ ਸਰ ਵੀ ਕੋਈ ਗੱਲ ਨਹੀਂ ਜੀ, ਸਾਨੂੰ ਤਾਂ ਹੋ ਵੀ ਗਿਆ ਹੋਵੇ, ਸਾਨੂੰ ਪਤਾ ਨਾ ਲੱਗੇ ਵੀ ਇਹ ਤਾਂ ਹੋਣਾ ਹੀ ਹੈ ਇੱਕ ਵਾਰ, ਜ਼ਿਆਦਾ ਡਰਨ ਦੀ ਕੋਈ ਲੋੜ ਨਹੀਂ, ਸਾਨੂੰ ਤਾਂ ਸਾਡੀ ਇਮਿਊਨਿਟੀ ਬਹੁਤ ਸਟਰੋਂਗ ਹੈ। ਬਟ ਇੱਕ ਬਹੁਤ ਅਲਾਰਮਿੰਗ ਮੈਂ ਰਿਪੋਰਟਸ ਜਿਹੜੀਆਂ ਹੁਣ ਪੜ੍ਹ ਰਿਹਾ, ਈਵਨ ਇੰਡੀਆ ਦੇ ਵਿੱਚ ਜਿਹੜੀ ਲੇਟੈਸਟ ਰਿਪੋਰਟ ਨਿਊ ਦਿੱਲੀ ਤੋਂ ਆਈ ਆ, ਜਿਹੜੇ ਉੱਥੇ ਦੇ ਏਮਸ ਨੇ ਜਾਂ ਹੋਰ ਹਸਪੀਟਲਸ ਨੇ, ਉਹਨਾਂ ਤੋਂ ਜਦ ਡਾਟਾ ਇਕੱਤਰ ਕਰਕੇ ਜਦ ਰਿਪੋਰਟ ਆਈ ਹੈ, ਜਾਂ ਹੋਰ ਈਵਨ ਇਟਲੀ, ਫਰਾਂਸ, ਜਰਮਨੀ, ਯੂਰਪੀਅਨ ਕੰਟਰੀਜ਼ ਦੇ ਵਿੱਚ ਜਿੰਨੇ ਵੀ ਹਸਪੀਟਲਸ ਜਾਂ ਡਾਕਟਰਸ ਜਾਂ ਐਕਸਪਰਟਸ ਨੇ ਜਿਹੜੇ, ਉਹਨਾਂ ਤੋਂ ਡਾਟਾ ਜਿਹੜਾ ਆਇਆ, ਤਾਂ ਬੜੀ ਅਲਾਰਮਿੰਗ ਇੱਕ ਸਿਚੁਏਸ਼ਨ ਉਹ 'ਚ ਪੈਦਾ ਹੋਈ ਹੈ ਕਿ ਜਿਨ੍ਹਾਂ ਨੂੰ ਹੋ ਕੇ ਉਹ ਰਿਕਵਰ ਕਰ ਚੁੱਕੇ ਨੇ, ਉਦੋਂ ਬਾਅਦ ਕਿੰਨੇ ਸਾਈਡ ਇਫੈਕਟ ਉਹਦੇ ਹੋਏ ਨੇ। ਸੋ ਇੱਕ ਬਹੁਤ ਬਿਮਾਰੀ ਤੋਂ ਬਾਅਦ ਜਦੋਂ ਤੁਸੀਂ ਰਿਕਵਰ ਹੋਣਾ, ਉਹ ਤੋਂ ਬਾਅਦ ਜਿਹੜੇ ਉਹਦੇ ਇਫੈਕਟ ਦਿਸ ਰਹੇ ਨੇ ਉਹ ਬੜੇ ਘਾਤਕ ਨੇ, ਉਹ ਬਹੁਤ ਘਾਤਕ ਹੋਏ ਨੇ। ਸੋ ਇਟ ਇਜ਼ ਜਸਟ ਲਾਈਕ ਇਹ ਬੱਚਿਆਂ ਵਿੱਚ ਬਹੁਤ ਜ਼ਿਆਦਾ ਦੇਖਿਆ ਗਿਆ, ਖਾਸ ਕਰਕੇ ਯੰਗਸਟਰਸ ਦੇ ਵਿੱਚ, ਕਿ ਜਦ ਅਬ ਤੁਸੀਂ ਰਿਕਵਰ ਕਰ ਜਾਂਦੇ ਹੋ, ਉਸ ਤੋਂ ਬਾਅਦ ਤੁਹਾਡੇ ਤੇ ਇਨਫਲੇਮੇਸ਼ਨ ਆਫ ਯੂਰ ਆਰਗਨਸ ਹੋਣ ਲੱਗ ਜਾਂਦਾ, ਬਿਮਾਰੀ
ਔਰ ਜਿਵੇਂ ਕਾਵਾਸਾਕੀ ਇੱਕ ਡਿਜ਼ੀਜ਼ ਹੈ ਜਿਹੜੀ ਕਿ ਕਾਫੀ ਜ਼ਿਆਦਾ ਬੱਚਾ 'ਚ ਹੁੰਦੀ ਹੈ, ਜੋ ਸੇਮ ਸਿੰਪਟਮਸ ਉਹੀ ਸਿੰਪਟਮਸ ਆਉਣ ਲੱਗ ਜਾਂਦੇ ਹੋ ਜਾਂਦੇ ਨੇ, ਇੱਥੋਂ ਤੱਕ ਕਿ ਤੁਹਾਡੇ ਜਿਹੜੇ ਪਲੇਟਲੈਟਸ ਨੇ ਉਹਨਾਂ ਦੇ ਜਿਹੜੀ ਕਾਊਂਟ ਵੱਧ ਜਾਂਦਾ ਹੈਗਾ, ਇਨਲਾਰਜ ਹੋ ਜਾਂਦੇ ਨੇ, ਤੁਹਾਡੇ ਲੀਵਰ ਇਨਲਾਰਜ ਹੋ ਜਾਂਦਾ, ਔਰ ਤੁਹਾਡੇ ਰੈਸ਼ਜ਼ ਹੋ ਜਾਂਦੇ ਨੇ। ਔਰ ਇਹ ਸਾਰੀਆਂ ਚੀਜ਼ਾਂ ਨੂੰ ਨਜ਼ਰ ਰੱਖਦੇ ਹੋਏ ਇੱਥੋਂ ਤੱਕ ਕਿ ਮੈਂ ਮੇਰੇ ਖਾਸ ਨੋਨ ਸੀ ਜਿਨ੍ਹਾਂ ਨੂੰ ਇਹ ਗੱਲ ਹੋਈ ਔਰ ਉਸ ਤੋਂ ਬਾਅਦ ਉਹਨੂੰ ਸਟ੍ਰੋਕ ਹੋ ਗਿਆ। ਸੋ ਦ ਥਿਕਨਿੰਗ ਆਫ ਦ ਬਲੱਡ, ਇਹੋ ਜਿਹੀਆਂ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਜਿਹੜੀਆਂ ਕਿ ਸਾਨੂੰ ਡਰਾਉਣ ਵਾਲੀਆਂ ਨੇ, ਜਿਹਨਾਂ ਨੂੰ ਅਸੀਂ ਸੋਚ ਨਹੀਂ ਸਕਦੇ ਕਿ ਉਹ ਬਾਅਦ ਵਿੱਚ ਹੋਣਗੀਆਂ ਇਹਦੇ ਸਾਈਡ ਇਫੈਕਟ। ਸੋ ਮੋਰਲ ਡਿਊਟੀ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਬਟ ਇਹ ਦੱਸਣਾ ਮੇਰਾ ਫਰਜ਼ ਬਣਦਾ ਸੀ ਕਿ ਜੋ ਹਜੇ ਇਸ ਨੂੰ ਸੀਰੀਅਸ ਨਹੀਂ ਲੈ ਰਹੇ ਹੈਗੇ। ਬਿਲਕੁਲ ਗੱਲ ਉਹੀ ਹੈ ਨਾ, ਉੱਥੇ ਆ ਜਾਂਦੀ ਹੈ ਵੀ ਇਹਦੀ ਸੀਰੀਅਸਨੈਸ ਲੋਕ, ਕਿਉਂਕਿ ਅਜੇ ਹੁਣ ਦੇਖੋ ਕਿੰਨੇ 4-5 ਮਹੀਨੇ ਤਕਰੀਬਨ ਹੋ ਚੱਲੇ ਨੇ, ਜੇ ਆਪਾਂ ਜਨਵਰੀ ਤੋਂ ਵੀ ਲਾਈਏ, ਕਿਉਂਕਿ ਜਨਵਰੀ ਤੋਂ ਚਲੋ ਹੌਲੀ ਹੌਲੀ ਸ਼ੁਰੂ ਹੋਇਆ ਤੇ ਮਾਰਚ ਦੇ ਵਿੱਚ ਜਾ ਕੇ ਪੂਰਾ ਆਮ ਸਾਰੇ ਦੇਸ਼ਾਂ ਦੇ ਵਿੱਚ ਪਤਾ ਲੱਗਣ ਲੱਗ ਪਿਆ ਵੀ ਹਾਂਜੀ ਕਰੋਨਾ ਨਾਂ ਦੀ ਕੋਈ ਜਿਹੜੀ ਬਿਮਾਰੀ ਹੈ ਕੋਵਿਡ-19 ਨੇ ਬੜੀ ਦੇਸ਼ਾਂ 'ਚ ਫੈਲ ਚੁੱਕੀ ਹੈ। ਬਾਵਜੂਦ ਉਸਦੇ ਜਦੋਂ ਆਪਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ, ਹੁਣ ਜੇ ਆਪਾਂ ਆਪਣੇ ਸ਼ਹਿਰ ਦੀ ਗੱਲ ਕਰੀਏ, ਪੀਲ ਖੇਤਰ ਦੀ ਗੱਲ ਕਰ ਲਈਏ, ਅਜੇ ਫੇਜ਼ 3 ਇੱਥੇ ਨਹੀਂ ਖੁੱਲ੍ਹਣਾ, ਕਿਉਂਕਿ ਕਹਿ ਰਹੇ ਨੇ ਵੀ ਇਹਨਾਂ ਇਲਾਕਿਆਂ ਦੇ ਵਿੱਚ ਕੋਵਿਡ ਅਜੇ ਵੀ ਕਾਫੀ ਫੈਲ ਰਿਹਾ, ਖਾਸ ਕਰਕੇ ਬਰੈਂਪਟਨ ਨੂੰ ਤਾਂ ਜ਼ਰੂਰ ਕਹਿ ਰਹੇ ਨੇ ਵੀ ਬਰੈਂਪਟਨ 'ਤੇ ਜ਼ਿਆਦਾ ਫੈਲ ਰਿਹਾ। ਸੋ ਬਰੈਂਪਟਨ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਵੀ ਆ ਰਹੀਆਂ ਨੇ, ਜਿਵੇਂ ਕਿ ਹੁਣ ਪਿੱਛੇ ਜਿਹੇ ਖਬਰ ਆਈ ਆ ਜਿਹੜੀ ਮੈਂ ਤੁਹਾਨੂੰ ਉਦਾਹਰਣ ਵੀ ਦਿੱਤੀ ਸੀ, ਪਹਿਲਾਂ ਦੱਸਿਆ ਸੀ ਵੀ ਕੋਈ ਡਰਾਈਵਿੰਗ ਇੰਸਟਰਕਟਰ ਸੀਗਾ, ਉਹ ਕਿਸੇ ਨੂੰ ਦੇ ਰਿਹਾ ਸੀਗਾ ਯੰਗਸਟਰ ਨੂੰ ਲੈਸਨ, ਤੇ ਉਹ ਕਿਤੇ ਇਨਫੈਕਟਡ ਸੀ, ਤੇ ਨਾਲੇ ਤਾਂ ਉਹ ਆਪ ਇਨਫੈਕਟਡ ਹੋਇਆ, ਨਾਲੇ ਉਹਦੇ ਆਪਣੀ ਫੈਮਿਲੀ ਵੀ ਇਨਫੈਕਟਡ ਕੀਤੀ, ਤੇ ਹੋਰ ਕਿੰਨਿਆਂ ਨੂੰ ਲੈਸਨ ਦਿੱਤੇ ਹੋਣਗੇ। ਹਾਲਾਂਕਿ ਜਿਹੜੇ ਡਰਾਈਵਿੰਗ ਸਕੂਲ ਆ ਉਹ ਅਜੇ ਲੀਗਲੀ ਲੈਸਨ ਨਹੀਂ ਦੇ ਸਕਦੇ, ਉਹਨਾਂ ਸਰਕਾਰ ਵੱਲੋਂ ਅਜੇ ਰਿਸਟ੍ਰਿਕਸ਼ਨ ਸੀਗੀ ਉਹਨਾਂ 'ਤੇ, ਪਰ ਬਾਵਜੂਦ ਇਸ 'ਤੇ ਉਹ ਦੇ ਰਿਹਾ ਸੀ। ਸੋ ਕਿ ਮੇਰਾ ਕਹਿਣ ਦਾ ਮਤਲਬ ਹੈ ਵੀ ਕਿ ਆਮ ਸਿਰਫ ਪੈਸਾ ਹੀ ਆਪਾਂ ਮੁੱਖ ਰੱਖ ਲੈਨੇ, ਕੋਈ ਵੈਸੇ ਆਪਣੀ ਮੋਰਲ ਡਿਊਟੀ ਕੋਈ ਨਹੀਂ ਬਣਦੀ। ਬਿਲਕੁਲ, ਮੈਂ ਇਹੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿ ਅਸੀਂ ਇਸ ਟਾਈਮ, ਜਿਸ ਟਾਈਮ ਅਸੀਂ ਇੰਨੇ ਮਾੜੇ ਟਾਈਮ 'ਚੋਂ ਗੁਜ਼ਰ ਰਹੇ ਹਾਂ, ਅਸੀਂ ਆਪਣਾ ਸਾਰਾ ਕੁਛ ਚੇਂਜ ਕਰ ਦਿੱਤਾ, ਲਾਈਫ ਸਟਾਈਲ ਚੇਂਜ ਸਾਡਾ ਹੋ ਗਿਆ ਹੈ, ਫਿਰ ਵੀ ਅਸੀਂ ਥੋੜ੍ਹੇ ਜਿਹੇ ਆਪਣੇ ਆਪ ਨੂੰ, ਆਪਣੇ ਲਾਲਚ ਨੂੰ ਜਾਂ ਆਪਣੀ ਜਿਹੜੀ ਇੰਸਟਿੰਕਟਸ ਨੂੰ ਉਹਨਾਂ 'ਤੇ ਕੰਟਰੋਲ ਨਹੀਂ ਕਰ ਪਾ ਰਹੇ ਹਾਂ। ਮੋਸਟਲੀ ਲੋਕ ਇਹ ਕਹਿੰਦੇ ਨੇ ਕਿ ਠੀਕ ਹੈ ਜੀ ਅਸੀਂ ਇਕੱਲੇ ਰਹਿਣਾ, ਅਸੀਂ ਬਾਹਰ ਘੁੰਮਣ ਜਾਣਾ ਜਾਂ ਕਿਤੇ ਜਾਣਾ, ਹੋਰ ਆਪਣੇ ਏਰੀਏ ਕੰਮ ਕਾਰ ਇਹੋ ਜਿਹੇ ਨੇ ਜਿੱਥੇ ਅਸੀਂ ਨਹੀਂ ਰਿਸਪੈਕਟ ਕਰ ਰਹੇ ਹੈਗੇ ਸੋਸ਼ਲ ਡਿਸਟੈਂਸਿੰਗ ਦੀ, ਜਾਂ ਆਪਣੇ ਪ੍ਰੀਕਾਸ਼ਨਸ ਨਹੀਂ ਲੈ ਰਹੇ। ਕਿੰਨੇ ਲੋਕ ਮਾਸਕ ਨਹੀਂ ਪਾ ਰਹੇ ਹੈ, ਉਹ ਇਹ ਸੋਚਦੇ ਨੇ ਨਹੀਂ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਮਾਸਕ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਉਹ ਵੀ ਪਿਛਲੇ ਹਫ਼ਤੇ ਦੀ ਉਦਾਹਰਨ ਹੈ, ਕਿਉਂਕਿ ਹੁਣ ਆਪਾਂ ਜੇ ਬਰੈਂਪਟਨ ਦੀ ਗੱਲ ਕਰ ਰਹੇ ਹਾਂ, ਕਿਉਂਕਿ ਬਰੈਂਪਟਨ ਦੇ ਜਿਹੜਾ ਬੜਾ ਇਹ ਹੌਟ ਸਪੌਟ ਮੰਨਿਆ ਜਾ ਰਿਹਾ ਬਰੈਂਪਟਨ। ਸੋ ਬਰੈਂਪਟਨ ਦੇ ਵਿੱਚ ਦੀ ਗੱਲ ਹੈ, ਕਿਸੇ ਸਟੋਰ ਦੇ ਵਿੱਚ, ਉੱਥੇ ਮੈਂ ਵੀ ਮੌਜੂਦ ਸੀ, ਮੇਰੇ ਮਾਸਕ ਲੱਗਾ ਸੀ। ਸੋ ਉੱਥੇ ਜਿਹੜੇ ਆਪਣੇ ਸਟੋਰ ਦੇ ਕੁਝ ਇੰਪਲੋਈ ਸੀ, ਉਹ ਬਿਨਾਂ ਮਾਸਕ ਤੋਂ ਘੁੰਮ ਰਹੇ ਸੀ, ਤੇ 5-4 ਉੱਥੇ ਨੌਜਵਾਨ ਖੜੇ ਸੀਗੇ, ਕੋਈ ਸਮਾਨ ਲੈਣ ਆਏ ਹੋਣੇ ਆ, ਉਹ ਕਿਸੇ ਦੇ ਮਾਸਕ ਨਹੀਂ ਸੀ ਲੱਗਾ ਜੀ। ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਮੈਂ ਕਿਹਾ ਵੀ ਸਰਕਾਰ ਵੱਲੋਂ ਤਾਂ ਹੁਣ ਬਰੈਂਪਟਨ ਦੇ ਵਿੱਚ ਮੈਂਡੇਟੋਰੀ ਮਾਸਕ ਹੈ, ਵੀ ਤੁਸੀਂ ਮਾਸਕ ਨਹੀਂ ਪਾ ਰਹੇ, ਵੀ ਕੋਈ ਜਵਾਬ ਨਹੀਂ ਸੀ ਉਹਨਾਂ ਦਾ। ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇਹ ਵੀ ਕਿਹਾ, ਮੈਂ ਕਿਹਾ ਵੀ ਤੁਹਾਨੂੰ ਜਿੱਥੇ ਇਹਨਾਂ ਨੂੰ ਫਾਈਨ ਹੋਣਾ, ਤੁਹਾਨੂੰ ਵੀ ਫਾਈਨ ਹੋਣਾ, ਸਟੋਰ ਵਾਲਿਆਂ ਨੂੰ ਵੀ, ਪਰ ਉਹਨਾਂ ਦਾ ਕੋਈ ਸੈਟਿਸਫੈਕਟਰੀ ਜਵਾਬ ਨਹੀਂ ਸੀ। ਜਦੋਂ ਆਪਾਂ ਕਹਿ ਦਿੰਦੇ ਨਾ ਹੋਊ ਪਰੇ ਚੱਲ ਕੋਈ ਨਹੀਂ ਦੇਖੀ ਜਾਊਗੀ। ਗਰਲ ਸਾਹਿਬ, ਮੈਂ ਇੱਕ ਚੀਜ਼ ਸ਼ਾਇਦ ਆਪਣੀ ਕਮਿਊਨਿਟੀ ਦੀ ਮੈਂ ਗੱਲ ਨਹੀਂ ਕਰ ਰਿਹਾ, ਸ਼ਾਇਦ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਜਦ ਆਪਾਂ ਥੋੜ੍ਹਾ ਜਿਹਾ ਅੰਦਰ ਝਾਤ ਮਾਰਦੇ ਹਾਂ, ਉਹਦੇ 'ਚ ਇਹ ਚੀਜ਼ ਤੁਹਾਨੂੰ ਨਜ਼ਰ ਆਏਗੀ। ਹਾਂਜੀ, ਕਿ ਅਸੀਂ ਕਈ ਖਾਸ ਕਰ ਜਿਹੜੇ ਥਰਡ ਵਰਲਡ ਕੰਟਰੀਜ਼ ਤੋਂ ਆਏ ਹੋਏ ਲੋਕ ਹਾਂ, ਅਸੀਂ ਹਮੇਸ਼ਾ ਇੱਕ ਚੱਲਦਾ ਹੈ ਤਾਂ ਉਸ ਜਿਹੜਾ ਵਤੀਰਾ ਨਾ ਉਹਨੂੰ ਲੈ ਕੇ ਅਸੀਂ ਬੜਾ ਸੀਰੀਅਸ ਹੁੰਦੇ ਹਾਂ, ਪਰ ਬਾਕੀ ਚੀਜ਼ਾਂ ਬਾਰੇ ਅਸੀਂ ਸੀਰੀਅਸ ਨਹੀਂ ਹੁੰਦੇ ਹਾਂ। ਕੋਈ ਵੀ ਜਿੱਥੇ ਅਸੀਂ ਚਲਾ ਸਕਦੇ ਹਾਂ ਨਾ, ਉਹਨੂੰ ਚਲਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਕੋਈ ਫਰਕ ਨਹੀਂ ਪੈਂਦਾ, ਦੇਖੀ ਜਾਊਗੀ, ਜਦ ਤੱਕ ਸਾਡੇ ਨਾਲ ਨਹੀਂ ਵਾਪਰੇਗਾ ਕੋਈ ਫਰਕ ਨਹੀਂ ਪੈਂਦਾ। ਬਿਲਕੁਲ। ਸੋ ਇਹ ਨਜ਼ਰੀਏ ਨੂੰ ਮੈਂ ਚਾਹੁੰਦਾ ਵੀ ਅਸੀਂ ਜ਼ਰੂਰ ਚੇਂਜ ਕਰਨਾ ਚਾਹੀਦਾ। ਜੇ ਅਸੀਂ ਇਸ ਕੰਟਰੀ ਵਿੱਚ ਆਏ ਹਾਂ, ਸਾਫ਼ ਸੁਥਰਾ ਮਾਹੌਲ ਹੈ, ਹਰ ਚੀਜ਼ ਅਸੀਂ ਲਾਜ਼ ਨੂੰ, ਅਸੀਂ ਆਪਣੇ ਮੋਰਲ ਡਿਊਟੀਜ਼ ਨੂੰ, ਫੰਡਾਮੈਂਟਲ ਰਾਈਟਸ ਨੂੰ ਅਸੀਂ ਕਹਿੰਦੇ ਨਹੀਂ ਜੀ ਸਾਡੇ ਰਾਈਟਸ ਨੇ, ਅਸੀਂ ਉਹਨੂੰ ਅਸੀਂ ਕਹਿੰਦੇ ਨਹੀਂ ਸਾਨੂੰ ਮਿਲਣੇ ਹੀ ਚਾਹੀਦੇ ਨੇ, ਤਾਂ ਸਾਡੀਆਂ ਡਿਊਟੀਜ਼ ਵੀ ਹੈ ਨੇ ਜਿਨ੍ਹਾਂ ਪ੍ਰਤੀ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨੂੰ ਵੀ ਪੂਰੀ ਤਰ੍ਹਾਂ ਨਿਭਾਈਏ। ਸੋ ਇਹ ਕੋਈ ਬੱਚਿਆਂ ਦਾ ਖੇਡ ਨਹੀਂ ਜਿਹਨੂੰ ਹੈ, ਜਿਹਦੇ ਨਾਲ ਇਹ ਵਾਪਰਦਾ, ਜਿਹਦਾ ਕੋਈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਕ ਮੈਂ ਦੇਖ ਰਿਹਾ ਸੀ ਕਿਤੇ ਵੀਡੀਓ, ਤਾਂ ਉਹ ਇੱਕ ਪੇਰੈਂਟ ਹੈ, ਇੱਕ ਫਾਦਰ ਹੈ, ਉਹਨੇ ਗੱਲ ਕਿਹਾ ਕਿ ਆਈ ਲੋਸਟ ਮਾਈ ਚਾਈਲਡ ਇਨ ਇਟ। ਸੋ ਉਹਨੂੰ ਪਤਾ ਹੋਏਗਾ ਸੀਰੀਅਸਨੈਸ ਆਫ ਥਿੰਗਸ ਕਿ ਜਿਹਨੇ ਆਪਣਾ ਚਾਈਲਡ ਲੂਜ਼ ਕੀਤਾ ਹੈਗਾ। ਜਾਂ ਇੱਕ ਹੋਰ ਮੈਂ ਇੱਥੋਂ ਦੇ ਬਜ਼ੁਰਗ ਦੀ ਗੱਲ ਕਰ ਰਿਹਾ ਸੀ, ਇੱਕ ਆਪਣੇ ਕੈਨੇਡੀਅਨ ਸਿਟੀਜ਼ਨ ਨੇ, ਉਹਨਾਂ ਦੀ ਗੱਲ ਦੇਖ ਰਿਹਾ ਸੀ, ਉਹਨੇ ਆਪਣਾ ਪਾਇਆ ਕਿ ਮੈਂ ਆਪਣਾ ਫਾਦਰ ਸਾਹਿਬ ਨੂੰ ਲੂਜ਼ ਕੀਤਾ। ਸੋ ਜਿਹਨਾਂ ਨੇ ਲੂਜ਼ ਕੀਤਾ ਕਿ ਬਸ਼ਰਤੇ ਕਿ ਜਦ ਸਾਡੇ ਨਾਲ ਵਾਪਰੀ ਤਦੇ ਅਸੀਂ ਸਿੱਖੀਏ। ਅਸੀਂ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਣਾ ਜੇ ਅਸੀਂ ਨਹੀਂ ਸਿੱਖਦੇ ਹੈਗੇ ਤਾਂ ਫਿਰ ਮੈਂ ਤਾਂ ਕਹਾਂਗਾ ਵੀ ਅਸੀਂ ਬੇਵਕੂਫ ਹਾਂ ਉਸ ਚੀਜ਼ ਦੇ ਵਿੱਚ।
ਕਿ ਜੋ ਇੱਕ ਰੀਅਲ ਇਹ ਚੀਜ਼ ਹੋਣੀ ਚਾਹੀਦੀ ਆ ਕਿ ਤੁਸੀਂ ਜਦ ਤੱਕ ਸਾਡੇ ਨੇ ਵਾਪਰੇ ਉਦੋਂ ਬਾਅਦ ਅਸੀਂ ਸਿੱਖੀਏ ਜਾਂ ਅਸੀਂ ਦੁਨੀਆ ਦੀ ਗਲਤੀਆਂ ਦੇਖ ਕੇ ਸਿੱਖ ਲਈਏ ਤਾਂ ਜ਼ਿਆਦਾ ਬਿਹਤਰ ਹੈ ਉਸ ਚੀਜ਼। ਬਿਲਕੁਲ ਜੀ, ਅਕਲਮੰਦੀ ਤਾਂ ਇਹੀ ਹੁੰਦੀ ਹੈ ਵੀ ਜਦੋਂ ਦੂਸਰੇ ਦੀਆਂ ਗਲਤੀਆਂ ਤਾਂ ਆਪਾਂ ਆਪ ਸਿੱਖ ਲਈਏ ਵੀ ਜੇ ਉਹਦੇ ਨਾਲ ਇਸ ਤਰ੍ਹਾਂ ਹੋਇਆ ਵੀ ਮੈਂ ਉਸ ਚੀਜ਼ ਨੂੰ ਅਵੋਇਡ ਕਰਾਂ, ਪਰ ਹੋ ਇਸ ਤਰ੍ਹਾਂ ਨਹੀਂ ਰਿਹਾ। ਜਿਵੇਂ ਕਿ ਹੁਣ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਹੋਊ ਪਰੇ ਤੇ ਯੰਗਸਟਰ ਜਿਹੜੇ ਸੋਚ ਰਹੇ ਨੇ ਵੀ ਇਹ ਸਾਨੂੰ ਤਾਂ ਹੋਣਾ ਨਹੀਂਗਾ। ਹੁਣ ਜੇ ਆਪਾਂ ਬਰੈਂਪਟਨ ਦੇ ਵਿੱਚ ਕਰੀਏ, ਬਹੁਤ ਸਾਰੇ ਹੋਰ ਸ਼ਹਿਰਾਂ 'ਚ ਵੀ ਹੋਊਗਾ, ਪਰ ਜਿੱਥੇ ਆਪਾਂ ਜ਼ਿਆਦਾ ਵਿਚਰਦੇ ਹਾਂ ਆਪਾਂ ਉੱਥੇ ਆਲੇ ਦੁਆਲੇ ਦੇਖਦੇ ਹਾਂ। ਜੇ ਹੁਣ ਜਿਹੜੀਆਂ ਫੀਲਡਸ ਨੇ, ਜਿਹੜੇ ਸਕੂਲਾਂ ਦੇ ਪਾਰਕ ਨੇ, ਉੱਥੇ ਯੰਗ ਬੱਚੇ ਆ, ਉਹ ਕੋਈ ਵਾਲੀਬਾਲ ਖੇਲ ਰਿਹਾ, ਕੋਈ ਸੌਕਰ ਖੇਲ ਰਿਹਾ। ਹਾਲਾਂਕਿ ਅਜੇ ਤੱਕ ਇਹ ਵਰਜਿਤ ਹੈ, ਨਹੀਂ ਇਜਾਜ਼ਤ ਹੈਗੀ। ਜਿੰਨੇ ਵੀ ਪਾਰਕ ਆ ਸਾਰੇ ਬੰਦ ਕੀਤੇ ਹੋਏ ਆ, ਪਰ ਉੱਥੇ 20 25 ਜਿਹੜੇ ਬੱਚੇ ਖੇਲ ਰਹੇ ਨੇ, ਸੋ ਕੋਈ ਉਹਨਾਂ ਦੀ ਸੋਸ਼ਲ ਡਿਸਟੈਂਸਿੰਗ ਦਾ ਨਹੀਂਗਾ। ਸੋ ਮਤਲਬ ਹੁਣ ਦੂਸਰੀ ਗੱਲ ਇਹ ਵੀ ਆ ਵੀ ਬਰੈਂਪਟਨ 'ਚ ਇਹ ਵੀ ਕਿਹਾ ਜਾ ਰਿਹਾ ਵੀ ਜਿਹੜੀ ਗਿਣਤੀ ਯੰਗਸਟਰ ਦੇ ਵਿੱਚ ਜ਼ਿਆਦਾ ਵੱਧ ਰਹੀ ਹੈ। ਬਿਲਕੁਲ, ਇਹ ਤਾਂ ਮੈਂ ਜੋ ਡਾਟਾ ਦੇ ਤੇ ਸਟੈਟਿਸਟਿਕਸ ਆਏ ਨੇ ਉਹਦੇ 'ਚ ਇਹ ਕਿਹਾ ਹੈ ਕਿ ਹੁਣ ਜਿਹੜੇ ਅਰਾਊਂਡ 15 ਸਾਲ ਤੋਂ ਲੈ ਕੇ 25 ਸਾਲ ਦੇ ਵਿੱਚ ਜਿੰਨੇ ਵੀ ਯੰਗਸਟਰਸ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਨੂੰ ਇਹ ਚੀਜ਼ ਇਨਫੈਕਟ ਕਰ ਰਹੀ ਹੈ। ਬਿਲਕੁਲ। ਸੋ ਮੈਂ ਇਹ ਚੀਜ਼ ਆਪਣੇ ਦਰਸ਼ਕਾਂ ਨੂੰ ਜ਼ਰੂਰ ਮੈਂ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਇਹ ਨਾ ਕਹੋ ਕਿ ਠੀਕ ਹੈ ਜੀ ਅਸੀਂ ਤੈਨੂੰ ਹੋ ਗਿਆ ਅਸੀਂ ਰਿਕਵਰ ਕਰ ਲਾਂਗੇ, ਔਰ ਉਸ ਤੋਂ ਬਾਅਦ ਦੇਖਣ ਜੇ ਉਹਦੇ ਕੌਨਸੀਕੁਐਂਸ ਉਹਦੇ ਬਾਅਦ ਜਿਹੜੇ ਸਾਈਡ ਇਫੈਕਟ ਨੇ ਦੈਟ ਇਜ਼ ਫॉर ਹੋਲ ਲਾਈਫ। ਉਹ ਜ਼ਰੂਰੀ ਨਹੀਂ ਕਿ ਅੱਜ ਤੁਹਾਨੂੰ ਨਜ਼ਰ ਆਉਣ, ਹੋ ਸਕਦਾ ਹੋ ਤੁਹਾਨੂੰ 6 ਮਹੀਨੇ ਬਾਅਦ, ਸਾਲ ਬਾਅਦ ਉਸ ਚੀਜ਼ ਉਹਦੇ ਜਿਹੜੇ ਤੁਹਾਡੇ ਸਾਈਡ ਇਫੈਕਟਸ ਨੇ ਉਹ ਨਜ਼ਰ ਆ ਸਕਦੇ ਨੇ, ਔਰ ਉਹ ਬਹੁਤ ਘਾਤਕ ਨੇ। ਜੇ ਤੁਸੀਂ ਥੋੜ੍ਹਾ ਜਿਹਾ ਪੜ੍ਹੋਗੇ, ਆਨਲਾਈਨ ਜਾ ਕੇ ਦੇਖੋਗੇ, ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿੰਨੇ ਡੇਂਜਰਸ ਹੋਣ ਦੇ ਸਾਈਡ ਇਫੈਕਟਸ ਹਨ ਇਸ ਚੀਜ਼ ਦੇ। ਬਿਲਕੁਲ ਜੀ, ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਸਟਾਰ ਟਾਕ। ਮੈਂ ਸਿਮਰਤ ਗਰੇਵਾਲ ਤੇ ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਪਰ ਤੁਹਾਨੂੰ ਇਹ ਵੀ ਦੱਸ ਦਈਏ ਸਟਾਰ ਟਾਕ ਦੇ ਨਾਲ ਪੰਜਾਬ ਸਟਾਰ ਦੇ ਜਿੰਨੇ ਵੀ ਸ਼ੋਜ਼ ਨੇ ਤੁਸੀਂ YouTube ਤੇ ਵੀ ਜਾ ਸਕਦੇ ਹੋ। YouTube ਤੇ ਪੰਜਾਬ ਸਟਾਰ ਚੈਨਲ ਹੈ, ਤੁਸੀਂ ਉਹਨੂੰ ਸਬਸਕ੍ਰਾਈਬ ਵੀ ਕਰੋ ਤੇ ਸਾਰੇ ਉੱਥੇ ਸਾਡੇ ਸ਼ੋਅ ਵੀ ਦੇਖੋ। ਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਦੇਖਦੇ ਰਹੋ ਪੰਜਾਬ ਸਟਾਰ। ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਬ੍ਰੇਕ ਤੋਂ ਬਾਅਦ ਆਪ ਸਭ ਦਰਸ਼ਕਾਂ ਦਾ ਪੰਜਾਬ ਸਟਾਰ ਤੇ ਸਟਾਰ ਟਾਕ ਵਿੱਚ ਸਵਾਗਤ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅੱਜ ਆਪਾਂ ਗੱਲ ਕਰ ਰਹੇ ਹਾਂ, ਮੇਰੇ ਨਾਲ ਹਰਕੀਰਤ ਜੀ ਨੇ ਸਟੂਡੀਓ ਵਿੱਚ, ਬਈ ਕਿਸੇ ਵੀ ਇਸ਼ੂ ਨੂੰ ਲੈ ਕੇ ਆਪਾਂ ਜਦੋਂ ਗੱਲ ਕਰਦੇ ਹਾਂ ਜਾਂ ਜੋ ਕੁਝ ਆਪਣੇ ਆਲੇ ਦੁਆਲੇ ਵਾਪਰਦਾ, ਜਿਵੇਂ ਹੁਣ ਕੋਵਿਡ ਦਾ ਜਿਹੜਾ ਕਹਿਰ ਚੱਲ ਰਿਹਾ, ਬਈ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਣੀਆਂ ਕੀ ਮੋਰਲ ਡਿਊਟੀਜ਼ ਬਣਦੀਆਂ ਨੇ, ਕੀ ਆਪਣੇ ਫਰਜ਼ ਬਣਦੇ ਨੇ ਜਿਨ੍ਹਾਂ ਨੂੰ ਆਪਾਂ ਨੂੰ ਪਛਾਣਨ ਦੀ ਲੋੜ ਹੈ, ਤੇ ਵੀ ਜੋ ਆਪਣੇ ਆਲੇ ਦੁਆਲੇ ਜਿਸ ਤਰ੍ਹਾਂ ਹੋ ਰਿਹਾ ਕਿਵੇਂ ਉਸ ਚੀਜ਼ਾਂ ਨੂੰ ਓਬੇ ਕਰਨਾ ਹੈ। ਹਰਕੀਰਤ ਜੀ। ਗਰੇਵਾਲ ਸਾਹਿਬ, ਤੁਸੀਂ ਸ਼ਾਇਦ ਮੇਰੇ ਨਾਲ ਗੱਲ ਕਰ ਰਹੇ ਸੀ ਜਦ ਆਪਾਂ ਬ੍ਰੇਕ ਵਿੱਚ ਗੱਲ ਕਰ ਰਹੇ ਸੀ ਕਿ ਕਿਤੇ ਤੁਸੀਂ ਦੇਖਿਆ ਕਿ ਜਿਹੜੇ ਪਾਨ ਸਟੋਰ ਦੇ ਉੱਪਰ ਲੋਕ ਜਾ ਕੇ ਪਾਨ ਖਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਬਾਹਰ ਉੱਥੇ ਡਸਟਬਿਨ ਹੁੰਦਾ ਹੈ, ਉੱਥੇ ਤੁਸੀਂ ਪਾਨ ਉੱਦਾਂ ਹੀ ਪੀਕ ਕਰਦੇ ਨੇ, ਉਹ ਲੋਕ ਸਪਿਟ ਕਰਦੇ ਨੇ ਜਾਂ ਹੋਰ ਸਾਰਾ ਏਰੀਆ ਨੂੰ ਗੰਦਾ ਕਰ ਰੱਖਿਆ। ਸੋ ਕਈ ਵਾਰ ਇਹ ਮਹਿਸਾਸ ਹੁੰਦਾ ਕਿ ਅਸੀਂ ਸ਼ਾਇਦ ਕੈਨੇਡਾ ਨਹੀਂ, ਅਸੀਂ ਇੰਡੀਆ ਜਾਂ ਅਸੀਂ ਪਾਕਿਸਤਾਨ ਜਾਂ ਉੱਥੇ ਰਹਿ ਰਹੇ ਹਾਂ। ਸੋ ਸ਼ਾਇਦ ਇਹ ਜੇ ਇਸ ਮੌਕੇ 'ਤੇ ਆ ਕੇ ਵੀ ਜਦ ਕਿ ਇੰਡੀਆ ਵੱਲੋਂ ਇਹ ਬਹੁਤ ਸਟ੍ਰਿਕਟ ਇੰਸਟਰਕਸ਼ਨਸ ਨੇ ਉੱਥੇ ਵੀ ਤੁਸੀਂ ਤੁਹਾਨੂੰ ਫਾਈਨ ਕਰ ਦਿੰਦੇ ਹੋ, ਸ਼ਾਇਦ 500 ਰੁਪਈਆ ਜੇ ਤੁਸੀਂ ਇਹ ਜਿਹੀ ਗੱਲ ਕਰਦੇ ਆ। ਆਪਣੇ ਇੱਥੇ ਕੋਈ ਪਰ ਦੇਖੋ ਹਰਕੀਰਤ ਜੀ, ਆਪਾਂ ਉੱਥੇ ਦੇਖਦੇ ਬਾਵਜੂਦ ਫਾਈਨ ਦੇ ਉੱਥੇ ਜਿਹੜੀਆਂ ਇਹ ਹੈਗੇ ਆ ਫਾਈਨ, ਪਰ ਬਾਵਜੂਦ ਉਹਨਾਂ ਦੇ ਤੁਸੀਂ ਦੇਖੋ ਉੱਥੇ ਕਿੱਦਾਂ ਭਰੇ ਪਏ ਹੁੰਦੇ, ਆਲੇ ਦੁਆਲੇ ਲਾਲ ਜਗ੍ਹਾ ਧਰਤੀ ਲਾਲ ਕੀਤੀ ਹੁੰਦੀ ਆ, ਆਲੇ ਦੁਆਲੇ ਖੂੰਜੇ ਜਿੰਨੇ ਵੀ ਲਾਲ ਕੀਤੇ ਹੁੰਦੇ ਆ। ਪਰ ਉਹੀ ਗੱਲ ਹੈ ਨਾ ਵੀ ਉੱਥੇ ਆਪਣੀ ਮੋਰਲ ਡਿਊਟੀ ਕੋਈ ਸਮਝਦਾ ਨਹੀਂ ਕਿ ਵੀ ਸਾਡਾ ਵੀ ਇਹ ਫਰਜ਼ ਬਣਦਾ ਵੀ ਸਫਾਈ ਰੱਖਣਾ। ਬਟ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਇੱਥੇ ਆ ਕੇ ਵੀ ਉਹੀ ਚੀਜ਼ ਨੂੰ ਕੰਟੀਨਿਊ ਕਰੀਏ। ਹਾਂਜੀ, ਠੀਕ ਹੈ ਨਾ। ਜਦੋਂ ਮੈਂ ਪਹਿਲਾਂ ਸੀਵੀਅਰਟੀ ਆਫ ਇਸ ਚੀਜ਼ ਦੀ ਗੱਲ ਕਰ ਰਿਹਾ ਸੀ, ਤੁਸੀਂ ਹਮੇਸ਼ਾ ਵੀ ਸੋਚੋਗੇ ਮੈਂ ਹਮੇਸ਼ਾ ਕੋਸ਼ਿਸ਼ ਕਿਉਂ ਕਰਦਾ ਕਿ ਜਿੱਦਾਂ ਮੈਂ ਡਰਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਜਾਂ ਵੀ ਕਿੰਨਾ ਡੇਂਜਰਸ ਹੈ ਜਾਂ ਇਹਨੂੰ ਅਸੀਂ ਲਾਈਟਲੀ ਲਈਏ ਜਾਂ ਨਹੀਂ ਲਈਏ, ਕਿਉਂਕਿ ਇਹ ਸਾਡੀ ਤੁਸੀਂ ਇਹ ਦੇਖੋ ਪਿਛਲੇ 100 ਸਾਲ ਦੀ ਤੁਸੀਂ ਹਿਸਟਰੀ ਚੈੱਕ ਕਰੋ ਅੱਜ ਤੋਂ ਪਹਿਲਾਂ ਕਿ ਇਹ ਜਿਹੀ ਕਿਹੜੀ ਚੀਜ਼ ਸੀ ਜਿਹਨੇ ਆਪਣੇ ਲਾਈਫ ਸਟਾਈਲ ਨੂੰ ਇੰਨਾ ਇੰਪੈਕਟ ਕੀਤਾ ਸੈਕੰਡ ਵਰਲਡ ਵਾਰ ਤੋਂ ਬਾਅਦ। ਆਈ ਥਿੰਕ ਦਿਸ ਇਜ਼ ਦਾ ਮੋਸਟ ਜਿਹੜੀ ਇੰਪੈਕਟਿੰਗ ਜਿਹੜਾ ਸਾਡਾ ਸਭ ਤੋਂ ਵੱਧ ਇਹਨੇ ਪ੍ਰਭਾਵਿਤ ਕੀਤਾ ਹੈਗਾ, ਜਿਹਨੇ ਇੰਪੈਕਟ ਕੀਤਾ ਆਮ ਲੋਕਾਂ ਦੀ, ਸਾਡੇ ਹਰ ਬੰਦੇ ਦੀ ਜ਼ਿੰਦਗੀ ਰਹਿਣ ਸਹਿਣ ਦੇ ਉੱਪਰ। ਸਾਨੂੰ ਸ਼ਾਇਦ ਜਨਵਰੀ ਦੇ ਵਿੱਚ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਊਗਾ ਕਿ ਅਪ੍ਰੈਲ ਜੂਨ ਤੋਂ ਬਾਅਦ ਸਾਡਾ ਇਹ ਹਾਲ ਹੋ ਜਾਏਗਾ ਕਿ ਅਸੀਂ ਜਿਹਨੂੰ ਅਸੀਂ ਕਹਿੰਦੇ ਵੀ ਸਾਡੀ ਸੋਸ਼ਲ ਗੈਦਰਿੰਗਸ ਨੇ, ਸਾਡੇ ਜਿਹੜੇ ਤਰੀਕੇ ਨੇ, ਸਾਡੇ ਤਿਉਹਾਰਾਂ ਦੇ ਤਰੀਕੇ ਮਨਾਉਣ ਦੇ ਤਰੀਕੇ ਨੇ, ਜਾਂ ਸਾਡੇ ਜ਼ਿੰਦਗੀ ਜੀਣ ਦੇ ਵਿਆਹ ਸ਼ਾਦੀਆਂ ਦੇ ਤਰੀਕੇ ਨੇ, ਉਹ ਸਾਰੇ ਬਦਲ ਜਾਣਗੇ। ਹਾਂ ਬਿਲਕੁਲ। ਸੋ ਜੇ ਇਹ ਸਾਰਾ ਬਦਲਿਆ ਹੈ ਤਾਂ ਕਿਤੇ ਨਾ ਕਿਤੇ ਸਾਨੂੰ ਉਹ ਤੋਂ ਸਬਕ ਲੈਣਾ ਚਾਹੀਦਾ ਹੈ ਉਸ ਚੀਜ਼ ਤੋਂ ਕਿ ਅਸੀਂ ਐਟਲੀਸਟ ਸਾਡੇ ਬੱਚਿਆਂ ਵਾਸਤੇ ਉਹ ਚੀਜ਼ ਨੂੰ ਧਿਆਨ ਨਾਲ ਰੱਖੀਏ ਕਿ ਜਿੰਨਾ ਇੰਪੈਕਟ ਹੋਇਆ ਅਸੀਂ ਉਹਨੂੰ ਕਿਵੇਂ ਨਾ ਕਿਵੇਂ ਘੱਟ ਕਰ ਸਕਦੇ ਹੋਈਏ। ਇਕੱਲਾ ਇੱਕ ਮੋਰਲ ਡਿਊਟੀ, ਇੱਕ ਐਥਿਕਸ ਵੀ ਕੋਈ ਚੀਜ਼ ਨੇ
कि अपने प्रति ਅਸੀਂ ਕੀ ਸੋਚਦੇ ਹਾਂ। नहीं जी, सरकार ਤਾਂ ਹਮੇਸ਼ਾ तो ਇਹ ਦੇਖੋ ਜੀ, ਮੈਂ ਇਹ ਗੱਲ ਹਮੇਸ਼ਾ ਸੋਚਦਾ ਰਿਹਾ ਕਿ ਇਹਨਾਂ ਕੰਟਰੀਜ਼ ਦੇ ਵਿੱਚ ਔਰ ਆਪਣੇ ਜਿਹੜੇ ਹੋਮ ਕੰਟਰੀਜ਼ ਨੇ ਥਰਡ ਵਰਲਡ, ਕੀ ਫਰਕ ਹੈ। ਮੇਨਲੀ ਇਹ ਫਰਕ ਹੁੰਦਾ ਸੀ ਕਿ ਇੱਥੇ ਸਾਨੂੰ ਜੇ ਕੋਈ ਇਸ਼ਾਰਾ ਕਰਦਾ ਸੀ ਵੀ ਠੀਕ ਹੈ, ਔਰ ਸਾਡੀਆਂ ਜਿਹੜੀਆਂ ਐਥਿਕਸ ਸੀ, ਸਾਨੂੰ ਐਥਿਕਸ ਸਭ ਤੋਂ ਪਹਿਲਾਂ ਪੜ੍ਹਾਏ ਜਾਂਦੇ ਨੇ ਔਰ ਅਸੀਂ ਆਪਣੀ ਡਿਊਟੀਜ਼ ਨੂੰ ਬਹੁਤ ਅੱਛੀ ਤਰ੍ਹਾਂ ਨਿਭਾਉਂਦੇ ਹਾਂ। ਇਹੀ ਫਰਕ ਹੈ। ਉੱਥੇ ਸਾਨੂੰ ਫੋਰਸਫੁਲੀ ਸਾਨੂੰ ਇੰਪਲਾਈ ਕਰਨਾ ਪੈਂਦਾ ਸਰਕਾਰ ਨੂੰ, ਨਹੀਂ ਜੀ ਜੇ ਤੁਸੀਂ ਆਹ ਨਹੀਂ ਕਰੋਗੇ ਤਾਂ ਤੁਹਾਡੀ ਆਹ ਸਜ਼ਾ ਹੋ ਜਾਊਗੀ, ਜਾਂ ਤੁਹਾਨੂੰ ਉੱਥੇ ਥਾਂ ਤੇ ਪੁਲਿਸ ਨੂੰ ਹੋਰ ਚੀਜ਼ ਨੂੰ ਇੰਪਲੀਮੈਂਟ ਕਰਨੀ ਪੈਂਦੀਆਂ ਉਹ ਚੀਜ਼ਾਂ, ਤਾਂ ਵੀ ਉਹ ਲੋਕ ਉਸ ਚੀਜ਼ ਨੂੰ ਇੰਪਲੀਮੈਂਟ ਨਹੀਂ ਹੋਣ ਦਿੰਦੇ ਹੈਗੇ ਜਾਂ ਫੋਲੋ ਨਹੀਂ ਕਰਦੇ ਹੈਗੇ। ਸੋ ਇਹੀ ਫਰਕ ਸੀ ਨਾ ਆਪਣੇ ਇੱਥੇ। ਬਿਲਕੁਲ। ਲੇਕਿਨ ਹੁਣ ਮੈਂ ਇਹ ਚੀਜ਼ ਦੇਖ ਰਿਹਾ ਕਿ ਅਸੀਂ ਉਹੀ ਚੀਜ਼ਾਂ ਇੱਥੇ ਲੈ ਕੇ ਆ ਰਹੇ ਹਾਂ। ਉਹੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਸੀਗਾ ਵੀ ਜਦੋਂ ਆਪਾਂ ਆਪਣੇ ਆਲੇ ਦੁਆਲੇ ਦੇਖੀਏ, ਜੇ ਹੁਣ ਪੈਡੈਸਟਰੀਅਨ ਜਾ ਰਿਹਾ ਕੋਈ ਬੰਦਾ ਆਪਣਾ ਤੇ ਜ਼ੀਬਰਾ ਲਾਈਨ ਤੋਂ ਕ੍ਰੋਸ ਕਰਨ ਆ ਜੀ, ਕਈ ਵਾਰੀ ਸਿੱਧੇ ਹੀ ਵਿੱਚ ਦੀ ਹੋਏ ਹੁੰਦੇ ਨੇ ਇੰਟਰਸੈਕਸ਼ਨ ਦੇ, ਕੋਈ ਦੇਖਦੇ ਨਹੀਂ ਕਿ ਵੀ ਮੈਨੂੰ ਲਾਈਟ ਹੈਗੀ ਜਾਣ ਲਈ ਜਾਂ ਮੈਨੂੰ ਨਹੀਂ ਹੈਗੀ। ਵੀ ਇਹ ਆ ਵੀ ਜਿਹੜੀ ਮੋਰਲ ਡਿਊਟੀ ਦੂਜੇ ਦੀ ਖੜਨ ਦੀ ਹੈ, ਮੇਰੀ ਨਹੀਂ, ਕਿ ਮੈਂ ਤਾਂ ਲੰਘਣਾ ਹੀ ਲੰਘਣਾ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਰੈੱਡ ਲਾਈਟ ਜਿਹੜਾ ਆ ਜਾਂ ਸਟਾਪ ਸਾਈਨ ਦੇਖ ਲਓ। ਮੈਂ ਆਪ ਦੇਖਣ ਦੇ ਵਿੱਚ ਆਇਆ ਵੀ ਜਿਹੜੇ ਯੰਗਸਟਰ ਨੇ ਉਹ ਸਟਾਪ ਸਾਈਨ ਲੈਂਦੇ ਹੀ ਨਹੀਂਗੇ, ਦੇਖਦੇ ਆ ਵੀ ਹਾਂ ਕੋਈ ਹੈ ਨਹੀਂ ਗਾ ਤਾਂ ਚਲੋ ਜੀ ਲੰਘ ਚੱਲੀਏ। ਵੀ ਮਤਲਬ ਆਪਾਂ ਇਹ ਚਾਹੁੰਦੇ ਹਾਂ ਵੀ ਕੈਨੇਡਾ 'ਚ ਆ ਗਏ ਹੁਣ ਹੁਣ ਇਹਨੂੰ ਆਪਾਂ ਇੰਡੀਆ ਪਾਕਿਸਤਾਨ ਬਣਾ ਦਈਏ, ਵੀ ਉਸ ਤਰ੍ਹਾਂ ਦੇ ਆਪਣੇ ਇੱਥੇ ਰਹਿਣ ਸਹਿਣ ਦਾ ਤਰੀਕਾ ਹੋਵੇ ਵੀ ਜਿਵੇਂ ਉੱਥੇ ਰਹਿੰਦੇ ਆਏ ਆਪਾਂ। ਦੇਖੋ ਇਹੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਸ ਚੀਜ਼ ਨੂੰ, ਬਟ ਮੈਂ ਇਹ ਸੋਚਦਾ ਕਿ ਜੇ ਕੋਈ ਸਪੋਜ਼ ਏਜ ਬੰਦਾ ਇੱਥੇ ਆਉਂਦਾ ਹੈਗਾ, ਕਿਉਂਕਿ ਉਹਦੀਆਂ ਆਦਤਾਂ ਪੱਕ ਚੁੱਕੀਆਂ ਹੁੰਦੀਆਂ ਨੇ, ਉਹਨੂੰ ਇਹ ਸਿੱਖਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈਗਾ, ਕਿਉਂਕਿ ਯੂ ਕਾਂਟ ਚੇਂਜ ਯੋਰਸੈਲਫ ਵੈਨ ਯੂ ਆਰ ਲਾਈਕ ਓਲਡ ਇਨਫ। ਲੇਕਿਨ ਜੇ ਕੋਈ ਯੰਗਸਟਰ ਆਉਂਦਾ, ਉਹਨਾਂ ਨੂੰ ਚੇਂਜ ਹੋਣਾ ਜਾਂ ਉਹਨੂੰ ਚੇਂਜ ਕਰਨਾ ਬੜਾ ਆਸਾਨ ਹੁੰਦਾ, ਬਿਕੋਜ਼ ਉਹਨਾਂ ਨੇ ਬਹੁਤ ਕੁਝ ਲਰਨ ਕਰਨਾ ਹੁੰਦਾ ਹੈ। ਸੋ ਥੋੜ੍ਹਾ ਜਿਹਾ ਸਰਕਾਰ ਨੂੰ ਇਹ ਚੀਜ਼ ਚਾਹੀਦਾ ਕਿ ਜਦ ਕੋਈ ਕੈਨੇਡਾ ਵਿੱਚ ਐਂਟਰ ਹੋਵੇ ਤਾਂ ਡੈਫੀਨੇਟਲੀ ਉਹਨਾਂ ਨੂੰ ਉਹ ਚੀਜ਼ ਨੂੰ ਕੁਝ ਉਹਨਾਂ ਨੂੰ ਸਿਖਾਇਆ ਜਾਵੇ ਕਿ ਓਕੇ ਯੂ ਹੈਵ ਟੂ ਫੋਲੋ ਦਿਸ, ਬਸ਼ਰਤੇ ਕਿ ਉਹ ਲੋਕਾਂ ਤੋਂ ਦੇਖ ਕੇ ਸਿੱਖਣ। ਸ਼ਾਇਦ ਜਦ ਅਸੀਂ ਜਾਂ ਆਏ ਸੀ ਜਾਂ ਬਹੁਤ ਪੁਰਾਣੇ ਜਿਹੜੇ ਲੋਕ ਆਏ ਸੀ, ਉਹਨਾਂ ਨੇ ਦੇਖ ਕੇ ਸਿੱਖਿਆ, ਉਹਨੇ ਦੇਖਿਆ ਕਿ ਠੀਕ ਹੈ ਇਸ ਚੀਜ਼ ਨੂੰ ਕਿੱਦਾਂ ਫੋਲੋ ਕਰਨਾ, ਕਿਵੇਂ ਕਰਨਾ ਹੈ। ਮੈਂ ਇੱਥੇ ਤੁਹਾਡੇ ਨਾਲ ਇੱਕ ਉਦਾਹਰਨ ਸਾਂਝੀ ਕਰਦਾ। ਜੇ ਆਪਾਂ ਦੇਖ ਕੇ ਸਿੱਖਣ ਵਾਲੀ ਗੱਲ, ਇੰਗਲੈਂਡ ਦੇ ਵਿੱਚ ਜਿਹੜੇ ਆਪਣੇ ਲੋਕ ਬਹੁਤ ਪਹਿਲਾਂ ਗਏ ਹੋਏ ਸੀ, ਹਾਂਜੀ, ਹੁਣ ਉੱਥੇ ਆਮ ਹੀ ਹੁੰਦਾ ਸੀ ਜਿਹੜੇ ਅੰਗਰੇਜ਼ ਆ ਕਿਤੇ ਵੀ ਬਾਹਰ ਜਾਣਾ ਤਾਂ ਬੜੇ ਸੂਟ ਬੂਟ ਪਾ ਕੇ ਜਾਂਦੇ ਸੀਗੇ, ਹਾਂਜੀ, ਤਾਂ ਉਹ ਆਪਣੇ ਲੋਕਾਂ ਨੇ ਉਹ ਦੇਖ ਕੇ ਸਿੱਖ ਲਿਆ। ਜਿੱਥੇ ਉਹ ਇੰਗਲੈਂਡ ਦੇ ਵਿੱਚ ਸੂਟ ਬੂਟ ਪਾ ਕੇ ਰਹਿੰਦੇ ਸੀਗੇ, ਨਾ ਕਿਤੇ ਵੀ ਜਾਂਦੇ ਸੀਗੇ ਆਪਣੇ ਸਮਾਗਮਾਂ ਦੇ ਵਿੱਚ, ਤੇ ਜਦੋਂ ਇੰਡੀਆ ਜਾਂ ਭਾਰਤ ਪਾਕਿਸਤਾਨ ਜਾਂਦੇ ਸੀ ਉੱਥੇ ਵੀ ਉਸੇ ਤਰ੍ਹਾਂ ਹੀ ਹੋ ਰਹਿੰਦੇ ਸੀ। ਪਰ ਉਹ ਚੀਜ਼ ਮੈਨੂੰ ਇੱਥੇ ਦੇਖਣ ਨੂੰ ਨਹੀਂ ਮਿਲੀ। ਇੱਥੇ ਆਪਾਂ ਦੇਖ ਰਹੇ ਹਾਂ ਵੀ ਲੋਕ ਉਸੇ ਤਰ੍ਹਾਂ ਹੀ ਕੈਜੂਅਲ ਕੱਪੜਿਆਂ ਦੇ ਵਿੱਚ ਵੀ ਫੰਕਸ਼ਨ ਅਟੈਂਡ ਕਰ ਰਹੇ ਨੇ, ਉਸੇ ਤਰ੍ਹਾਂ ਹੀ ਘੁੰਮ ਰਹੇ ਨੇ। ਸੋ ਇਹ ਕੋਈ ਫਾਰਮੈਲਿਟੀ ਆਪਾਂ ਨੂੰ ਲੱਗਦੀ ਨਹੀਂ ਕਿ ਵੀ ਆਹ ਚੀਜ਼ ਸਾਨੂੰ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਦੇਖੋ ਜੀ, ਇੱਕ ਤਾਂ ਦ ਵਰਲਡ ਹੈ ਚੇਂਜ ਸਿੰਸ ਲਾਸਟ 20 ਈਅਰਸ, ਬਹੁਤ ਜ਼ਿਆਦਾ ਚੇਂਜ ਹੋ ਗਈ ਹੈ। ਔਰ ਮੈਂ ਇੱਕ ਸ਼ਾਇਦ ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਕਿ ਜਿੰਨੇ 2000 ਪਿਛਲੇ 2000 ਸਾਲਾਂ ਵਿੱਚ ਡਿਵੈਲਪਮੈਂਟ ਨਹੀਂ ਹੋਈ ਸੀ, ਚਾਹੇ ਉਹ ਸਾਇੰਸ ਐਂਡ ਟੈਕਨੋਲੋਜੀ ਹੈ ਜਾਂ ਸੋਸ਼ਲ ਇਕਨੋਮਿਕਲ ਜੋ ਡਿਵੈਲਪਮੈਂਟ ਨਹੀਂ ਹੋਈ ਸੀ, ਉਹ ਪਿਛਲੇ 50 ਸਾਲਾਂ ਵਿੱਚ ਹੋਈ ਜਾਂ ਪਿਛਲੇ 100 ਸਾਲਾਂ ਵਿੱਚ ਹੋਈ। ਲੇਕਿਨ ਜੋ ਪਿਛਲੇ 100 ਸਾਲਾਂ ਵਿੱਚ ਡਿਵੈਲਪਮੈਂਟ ਹੋਈ ਉਹ ਪਿਛਲੇ 10 ਸਾਲਾਂ ਵਿੱਚ ਹੋਈ, ਔਰ ਪਿਛਲੇ 10 ਸਾਲਾਂ ਜਿੰਨੀ ਹੋਈ ਉਹ 2 ਸਾਲਾਂ ਵਿੱਚ ਹੋਈ ਹੈ। ਮਤਲਬ ਇੰਨੀ ਫਾਸਟ ਹੋਈ ਆ ਉਹ ਚੀਜ਼ ਨੂੰ। ਉਹ ਸਾਇੰਸ ਐਂਡ ਟੈਕਨੋਲੋਜੀ ਔਰ ਸਾਡੀ ਇਕਨੋਮਿਕ ਜਿਹੜੀ ਡਿਵੈਲਪਮੈਂਟ ਹੈ ਉਹ ਬਹੁਤ ਫਾਸਟ ਹੋਈ ਹੈ। ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਅਸੀਂ ਉਸ ਨੂੰ ਅਡੈਪਟ ਕਰਨ ਵਿੱਚ ਹਜੇ ਉਸ ਨੂੰ ਮਤਲਬ ਤੇਜ਼ੀ ਨਾਲ ਚੇਂਜਸ ਹੋ ਰਹੇ ਨੇ, ਲੇਕਿਨ ਅਸੀਂ ਖੁਦ ਨੂੰ ਉਨੀ ਤੇਜ਼ੀ ਨਾਲ ਨਹੀਂ ਬਦਲ ਪਾ ਰਹੇ। ਮੈਂ ਉਹੀ ਕਹਿ ਰਿਹਾ ਵੀ ਜੇ ਹੁਣ ਸਾਇੰਸ ਇੰਨੀ ਤਰੱਕੀ ਕਰ ਰਹੀ ਹੈ, ਚਲੋ ਆਪਾਂ ਸਾਇੰਸ ਦੇ ਨਾਲ ਕਦਮ ਨਾ ਕਦਮ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਇਹਦੇ ਨਾਲ ਆਪਾਂ ਨੂੰ ਆਪਣੇ ਐਥਿਕਸ, ਆਪਣੀਆਂ ਮੋਰਲ ਡਿਊਟੀਜ਼ ਤਾਂ ਨਹੀਂ ਭੁੱਲ ਜਾਣੀਆਂ ਚਾਹੀਦੀਆਂ। ਦੇਖੋ ਹਮੇਸ਼ਾ ਹੀ ਮੈਂ ਇਹ ਇੰਡੀਆ 'ਚ ਵੀ ਨਹੀਂ ਦੇਖਿਆ ਸੀ, ਸ਼ਾਇਦ ਮੈਂ ਉੱਥੇ ਵੀ ਪੜ੍ਹਾਈ ਕੀਤੀ, ਆਪਾਂ ਨੇ ਡਿਪਲੋਮਾ ਵੀ ਕੀਤੇ ਨੇ, ਡਿਗਰੀਜ਼ ਵੀ ਕੀਤੀਆਂ ਨੇ, ਕਿ ਉੱਥੇ ਇੱਕ ਕੈਨੇਡਾ ਦੇ ਵਿੱਚ ਕੀ ਹੈ ਜਾਂ ਇਸ ਕੰਟਰੀਜ਼ ਦੇ ਵਿੱਚ ਇੱਕ ਐਥਿਕਸ ਦਾ ਅਲੱਗ ਕੋਰਸ ਹੁੰਦਾ। ਚਾਹੇ ਤੁਸੀਂ ਜੋ ਵੀ ਚੀਜ਼ ਪੜ੍ਹਦੇ ਹੋ, ਜੋ ਵੀ ਸਰਟੀਫਿਕੇਸ਼ਨ ਲੈਂਦੇ ਹੋ, ਐਥਿਕਸ ਦਾ ਇੱਕ ਕੋਰਸ ਜ਼ਰੂਰ ਨਾਲ ਅਟੈਚ ਹੁੰਦਾ। ਤੁਹਾਨੂੰ ਸਭ ਤੋਂ ਪਹਿਲਾਂ ਐਥਿਕਸ ਦਾ ਕੋਰਸ ਜਿਹਦੇ ਤੁਹਾਨੂੰ ਮੋਰ ਦੈਨ 80% ਜਾਂ 100% ਮਾਰਕਸ ਲੈਣੇ ਪੈਂਦੇ ਨੇ, ਤਾਂ ਜੋ ਪਾਸ ਹੁੰਦਾ ਤਾਂ ਤੁਸੀਂ ਬਾਕੀ ਚੀਜ਼ਾਂ ਪਾਸ ਕਰਦੇ ਹੋ। ਸੋ ਇਟ ਇਜ਼ ਵੈਰੀ ਗੁੱਡ। ਮੈਂ ਜਦ ਆ ਕੇ ਦੇਖਿਆ ਤਾਂ ਸ਼ਾਇਦ ਹੁਣ ਜਿਹੜੀ ਮੈਨੂੰ ਲੱਗਦਾ ਹੁਣ ਉਹ ਐਥਿਕਸ ਦਾ ਕੋਰਸ ਸ਼ਾਇਦ ਕਿਤੇ ਨਾ ਕਿਤੇ ਉਹ ਫੀਬਲ ਹੋ ਰਿਹਾ, ਕਿਤੇ ਨਾ ਕਿਤੇ ਉਹਦੀ ਜਿਹੜੀ ਅਹਿਮੀਅਤ ਉਹ ਘਟ ਰਹੀ ਹੈ, ਕਿਉਂਕਿ ਤਾਂ ਹੀ ਅਸੀਂ ਸ਼ਾਇਦ ਐਥਿਕਸ ਨੂੰ ਕਿਤੇ ਪਿੱਛੇ ਬੈਕ ਹੈਂਡ ਤੇ ਲੈ ਕੇ ਗਏ ਆ। ਜਾਂ ਮੇਰੇ ਖਿਆਲ ਸਰਕਾਰਾਂ ਨੇ ਵੀ ਜਿਹੜਾ ਕੁਝ ਹੈ ਸਾਰਾ ਵੋਟ ਦੀ ਰਾਜਨੀਤੀ ਬਣਾ ਲਈ ਹੈ, ਵੀ ਜੋ ਵੀ ਆਉਂਦਾ ਉਹਨੂੰ ਧੜਾ ਧੜ ਸੱਦੀ ਜਾਓ, ਕੋਈ ਨਹੀਂ ਦੇਖਣਾ ਵੀ ਕਿਹਨਾਂ ਚੀਜ਼ਾਂ ਨੂੰ ਸਾਨੂੰ ਧਿਆਨ ਰੱਖਣ ਦੀ ਲੋੜ ਹੈ।
ਜਿਵੇਂ ਕਿ ਤੁਸੀਂ ਇੱਥੇ ਵੀ ਐਥਿਕ ਦਾ ਕੋਰਸ ਹੁੰਦਾ ਹੈ, ਕਿਸੇ ਵੀ ਇੱਥੇ ਜਿਹੜਾ ਕੋਰਸ ਕਰਦੇ ਨੇ, ਮੇਰਾ ਖਿਆਲ ਜਿਹੜੇ ਬਾਹਰੋਂ ਆਉਂਦੇ ਉਹਨਾਂ ਲਈ ਵੀ ਕੋਈ ਇਸ ਤਰ੍ਹਾਂ ਦੀ ਓਰੀਐਂਟੇਸ਼ਨ ਰੱਖਣੀ ਚਾਹੀਦੀ ਇਹਨਾਂ ਨੂੰ। ਬਿਲਕੁਲ ਹੋਣੀ ਤਾਂ ਚਾਹੀਦੀ ਹੈ, ਬਿਲਕੁਲ ਕੁਛ ਦਿਨਾਂ ਦੀ ਚਾਹੀਦੀ ਹੈ ਕਿ ਉਹਨਾਂ ਨੂੰ ਇਹ ਲਿਖਿਆ ਜਾਵੇ ਕਿ ਭਾਵੇਂ ਹਰ ਬੰਦੇ ਨੂੰ ਆਪਣੇ ਐਥਿਕਸ ਯਾਦ ਹੁੰਦੇ ਨੇ, ਹਾਂਜੀ, ਹਰ ਬੰਦੇ ਨੂੰ ਪਤਾ ਕਿ ਸਹੀ ਕੀ ਹੈ ਗਲਤ ਕੀ ਹੈ, ਲੇਕਿਨ ਅਸੀਂ ਕਿਤਾਬ ਵਿੱਚ ਜਦੋਂ ਉਹਨੂੰ ਟਿਕ ਕਰਦੇ ਤਾਂ ਹਮੇਸ਼ਾ ਸਹੀ ਨੂੰ ਸਹੀ ਟਿਕ ਕਰਾਂਗੇ। ਲੇਕਿਨ ਜਦ ਅਸੀਂ ਰੀਅਲ ਲਾਈਫ ਵਿੱਚ ਉਸ ਚੀਜ਼ ਤੁਹਾਡੀ ਸਿਚੁਏਸ਼ਨ ਸਾਹਮਣੇ ਆਏਗੀ, ਫਿਰ ਸ਼ਾਇਦ ਅਸੀਂ 1 ਮਿੰਟ ਵੀ ਲਾਵਾਂਗੇ ਜਿਹੜੀ ਗਲਤ ਨੂੰ ਚੂਜ਼ ਕਰਨ ਵਾਸਤੇ। ਬਿਲਕੁਲ। ਸੋ ਲੇਕਿਨ ਉਹ ਜੇ ਸਾਨੂੰ ਕੋਈ ਬਾਰ-ਬਾਰ ਯਾਦ ਦਿਲਾਇਆ ਜਾਵੇ ਉਸ ਚੀਜ਼ ਦੇ ਪ੍ਰਤੀ ਵੀ ਨਹੀਂ ਵਾਟ ਇਜ਼ ਰੋਂਗ ਵਾਟ ਇਜ਼ ਰਾਈਟ ਵਾਟ ਇਜ਼ ਰੋਂਗ ਵਾਟ ਇਜ਼ ਰਾਈਟ, ਤਦ ਉਹ ਜ਼ਿਆਦਾ ਬਿਹਤਰ ਹੋ ਜਾਊਗਾ, ਜ਼ਿਆਦਾ ਸਹੀ ਚੀਜ਼ ਹੋਏਗੀ। ਬਿਲਕੁਲ। ਸੋ ਇਹੀ ਸੇਮ ਚੀਜ਼ ਨਾਲ ਅੱਜ ਘੁੰਮ ਕੇ ਆਪਾਂ ਗੱਲ ਉੱਥੇ ਹੀ ਲੈ ਕੇ ਆਈਏ ਉਸ ਚੀਜ਼ ਨੂੰ ਕਿ ਇਸ ਸਿਚੁਏਸ਼ਨ ਦੇ ਵਿੱਚ ਜਿੱਥੇ ਸਾਡੇ ਸਭ ਤੋਂ ਵੱਡੀ ਜਾਨ ਦਾ ਖਤਰਾ, ਜਾਨ ਸਭ ਤੋਂ ਪਿਆਰੀ ਕੌਣ ਚੀਜ਼ ਕਿਹੜੀ ਚੀਜ਼ ਹੋ ਸਕਦੀ ਹੈ? ਬਿਲਕੁਲ ਜੀ। ਤੇ ਜੇ ਅਸੀਂ ਜਾਨ ਨੂੰ ਵੀ ਸੀਰੀਅਸ ਨਹੀਂ ਲੈ ਰਹੇ ਹੈਗੇ, ਜਾਂ ਅਸੀਂ ਆਉਣ ਵਾਲੇ ਸਾਡੇ ਬੱਚਿਆਂ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਵੀ ਸੀਰੀਅਸ ਨਹੀਂ ਲੈ ਰਹੇ ਹੈਗੇ, ਤਾਂ ਫਿਰ ਤਾਂ ਕਿਤੇ ਨਾ ਕਿਤੇ ਸਾਡੀ ਸਮਝ ਵਿੱਚ ਖਲਲ ਹੈ। ਨਾਲੇ ਇਹ ਦੇਖੋ ਜੀ, ਜੇ ਹੁਣ ਆਪਾਂ ਆਹ ਕੁਝ ਸਮਾਂ ਕੁਝ ਪ੍ਰੀਕਾਸ਼ਨਸ ਦੇ ਨਾਲ ਕੱਢ ਲਵਾਂਗੇ, ਲੋਕਾਂ ਨੂੰ ਘੱਟ ਮਿਲਾਂਗੇ, ਜੋ ਸਰਕਾਰ ਵੱਲੋਂ ਨਿਯਮ ਰੱਖੇ ਗਏ ਨੇ ਉਹਨਾਂ ਦਾ ਪਾਲਣ ਕਰ ਲਵਾਂਗੇ, ਤਾਂ ਆਪਣੇ ਲਈ ਫਾਇਦਾ ਆ, ਆਪਣੀ ਜ਼ਿੰਦਗੀ ਲੰਬੀ ਹੋਵੇਗੀ। ਨਹੀਂ ਤਾਂ ਜ਼ਿੰਦਗੀ ਦੁਬਾਰਾ ਤਾਂ ਮਿਲਣੀ ਨਹੀਂ ਆਪਾਂ ਨੂੰ, ਜੇ ਅੱਜ ਜਿਹੜੀ ਜਾਨ ਚਲੇਗੀ ਤਾਂ ਮੁੜ ਕੇ ਦੁਬਾਰਾ ਨਹੀਂ ਆਉਣੀ ਇਹ। ਹਾਂਜੀ। ਸੋ ਮੈਂ ਇਹ ਚੀਜ਼ ਨੂੰ ਇਸ ਨੂੰ ਇਸ ਤਰ੍ਹਾਂ ਦਾ ਮਤਲਬ ਕਿ ਕਰਨਾ ਚਾਹੁੰਦਾ, ਗੱਲ ਕਰਨੀ ਚਾਹੁੰਦਾ ਕਿ ਹਰ ਬੰਦਾ ਥੋੜ੍ਹਾ ਜਿਹਾ ਟਾਈਮ ਕੱਢ ਕੇ ਇਹਦੀ ਸੀਰੀਅਸਨੈਸ ਨੂੰ ਦੇਖੋ ਵੀ ਕਰੋਨਾ ਜੇ ਹੋ ਜਾਵੇ ਤਾਂ ਇਹ ਆਨਲਾਈਨ ਹਰ ਚੀਜ਼ ਅਵੇਲੇਬਲ ਹੈ। 2 ਮਿੰਟ ਤੁਸੀਂ ਸਿਰਫ ਆਪਣੇ ਗੂਗਲ ਤੋਂ ਸਰਚ ਕਰ ਲਓ ਵੀ ਜੇ ਇਹ ਹੋ ਜਾਵੇ ਤਾਂ ਉਸ ਤੋਂ ਬਾਅਦ ਉਹਦੇ ਸਾਈਡ ਇਫੈਕਟ ਕੀ ਨੇ, ਉਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਲਾਈਫ ਤੇ ਕੀ ਇੰਪੈਕਟ ਹੋ ਸਕਦਾ ਹੈ। ਤੁਸੀਂ ਕਿਤੇ ਅਪਾਹਜ ਤਾਂ ਨਹੀਂ ਹੋ ਸਕਦੇ ਹੋ, ਕੋਈ ਸਟ੍ਰੋਕ ਇੱਦਾਂ ਦੀ ਕੋਈ ਚੀਜ਼ ਤਾਂ ਨਹੀਂ ਹੋ ਸਕਦੀ ਹੈ, ਤੁਹਾਡੇ ਬੱਚੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਸਕਦੀ ਹੈ, ਉਹਦੇ ਬਾਰੇ ਇੰਨਾ ਪੜ੍ਹ ਲਓ ਕਿਉਂਕਿ ਹਰ ਚੀਜ਼ ਅਵੇਲੇਬਲ ਹੈ। ਜੇ ਚੀਜ਼ ਆਪਾਂ ਨੂੰ ਪਤਾ ਹੋਏਗਾ ਸ਼ਾਇਦ ਤੁਹਾਡੇ ਬੈਕ ਆਫ ਯੂਰ ਹੈਡ ਕਿਤੇ ਨਾ ਕਿਤੇ ਸਾਡੇ ਦਿਮਾਗ 'ਚ ਫਿਰ ਅਸੀਂ ਪ੍ਰੀਕਾਸ਼ਨ ਲੈਣ ਦੇ ਜ਼ਰੂਰ ਆਪਣੇ ਨੂੰ ਕੰਪੈਲ ਕਰਾਂਗੇ ਕਿ ਨਹੀਂ ਤੁਸੀਂ ਪ੍ਰੀਕਾਸ਼ਨ ਲੈ ਲਓ। ਨਾਲੇ ਇੱਕ ਕਹਾਵਤ ਹੈ ਵੀ ਆਪਣੇ ਘਰ ਅੱਗ ਤੇ ਦੂਜਿਆਂ ਦੇ ਘਰ ਬਸੰਤਰ, ਉਹਨੂੰ ਵੀ ਉਸ ਚੀਜ਼ ਨੂੰ ਵੀ ਨਾ ਧਿਆਨ ਵਿੱਚ ਰੱਖੋ ਵੀ ਹਾਂ ਇਹ ਸਾਡੇ ਨਾਲ ਤਾਂ ਹੋਣਾ ਨਹੀਂਗਾ, ਦੂਸਰਿਆਂ ਦੇ ਨਾਲ ਹੀ ਹੋਣਾ। ਨਾਲੇ ਇਹ ਕੋਈ ਜਿਹੜੀ ਚੀਜ਼ ਹੈ ਕਰੋਨਾ ਜਾਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਮਹਾਮਾਰੀ ਹੈ, ਇਹ ਕੋਈ ਜਾਤ ਪਾਤ ਜਾਂ ਰੰਗ ਭੇਦ ਉਮਰ ਦੇਖ ਕੇ ਨਹੀਂ ਆਉਂਦੀ, ਜਿਹਨੂੰ ਹੋਣੀ ਹੈ ਹੋ ਹੀ ਜਾਣੀ ਹੈ, ਭਾਵੇਂ ਉਹ ਜਵਾਨ ਹੈ ਭਾਵੇਂ ਬੁੜਾ ਹੈ। ਜਦੋਂ ਹੋ ਗਿਆ ਉਹ ਹੋਣ ਤੋਂ ਬਾਅਦ, ਕਿਉਂਕਿ ਅਜੇ ਤੱਕ ਇਸ ਦਾ ਕੋਈ ਇਲਾਜ ਵੀ ਨਹੀਂਗਾ, ਕੋਈ ਵੈਕਸੀਨ ਨਹੀਂ ਗੀ, ਸੋ ਬਾਅਦ ਵਿੱਚ ਪਛਤਾਉਣ ਤੋਂ ਪਹਿਲਾਂ ਹੀ ਮੇਰੇ ਖਿਆਲ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਥੋੜ੍ਹਾ ਹਰੇਕ ਚੀਜ਼ ਤੋਂ ਬਚਿਆ ਜਾਵੇ। ਬਿਲਕੁਲ ਤੁਹਾਡੀ ਗੱਲ ਤੁਸੀਂ ਗੱਲ ਇਹੋ ਜਿਹੀ ਕੀਤੀ ਹੈ ਕਿ ਇਹਦੇ 'ਚ ਮੈਂ ਹਮੇਸ਼ਾ ਕਹਿੰਦਾ ਕਿ ਲੋਕਾਂ ਦੇ ਜਿਹੜੇ ਸਮਾਜਿਕ ਜਾਂ ਰਿਲੀਜੀਅਸ ਜਿਹੜੇ ਬਿਲੀਵਸ ਨੇ ਉਹਨਾਂ 'ਤੇ ਵੀ ਕੁਐਸਚਨ ਮਾਰਕ ਲੱਗ ਗਿਆ ਇਸ ਚੀਜ਼ ਦਾ, ਕਿਉਂਕਿ ਆਪਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਸਾਰੀ ਜਿਹੜੀ ਇਨਸਾਨੀਅਤ ਹੈ ਸਭ ਤੋਂ ਵੱਡੀ ਉਹੀ ਚੀਜ਼ ਹੈ, ਸਾਰੇ ਬਰਾਬਰ ਨੇ। ਬਿਲਕੁਲ। ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਫਲਾਣਾ ਧਰਮ, ਫਲਾਣੀ ਜਾਤ, ਫਲਾਣਾ ਖਿੱਤਾ ਉਹ ਜ਼ਿਆਦਾ ਬਿਹਤਰ ਹੈ ਜਾਂ ਅਸੀਂ ਜ਼ਿਆਦਾ ਬਿਹਤਰ ਹੈ ਕਿ ਸਾਨੂੰ ਨਹੀਂ ਹੋਏਗਾ। ਸੋ ਸਾਨੂੰ ਇਹ ਹੁਣ ਸਮਝ ਜਾਣਾ ਚਾਹੀਦਾ ਕਿ ਜਿਹੜੀ ਇਨਸਾਨੀਅਤ ਸਭ ਤੋਂ ਪਹਿਲਾਂ ਤਾਂ ਉਹ ਹੈ ਤੇ ਅਸੀਂ ਉਹਨੂੰ ਬਚਾਉਣਾ, ਆਪਣੇ ਆਪ ਨੂੰ ਬਚਾਉਣਾ ਹੈ। ਤਾਂ ਕੋਈ ਵੱਡਾ ਛੋਟਾ, ਕੋਈ ਬੜਾ, ਕੋਈ ਉੱਚਾ ਨੀਚਾ ਕੁਛ ਵੀ ਨਹੀਂ ਹੈ। ਸੋ ਅਸੀਂ ਇਹਨੂੰ ਜੇ ਥੋੜ੍ਹਾ ਜਿਹਾ ਆਪਣੀ ਕੌਨਸ਼ੀਅਸ ਨੂੰ ਕੰਘੋਲਾਂਗੇ, ਉਹਨੂੰ ਆਪਾਂ ਕੁਰੇਦਣ ਦੀ ਕੋਸ਼ਿਸ਼ ਕਰਾਂਗੇ, ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਡੀ ਜ਼ਿੰਦਗੀ ਦੇ ਪ੍ਰਤੀ ਤੁਹਾਡੇ ਸਾਹਮਣੇ ਆ ਜਾਣਗੇ ਉਸ ਚੀਜ਼ ਦੇ। ਬਿਲਕੁਲ ਜੀ, ਕਿਉਂਕਿ ਆਪਾਂ ਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਇਹਨਾਂ ਚੀਜ਼ਾਂ ਦੀ, ਕਿਸੇ ਹੋਰ ਨੇ ਆਪਾਂ ਨੂੰ ਨਹੀਂ ਆ ਕੇ ਦੱਸਣਾ ਵੀ ਤੁਸੀਂ ਇੱਦਾਂ ਕਰੋ, ਕਿਉਂਕਿ ਜੇ ਤੁਹਾਡੇ ਅੰਦਰੋਂ ਇਹ ਚੀਜ਼ ਆਵੇਗੀ ਵੀ ਹਾਂ ਜੋ ਚੀਜ਼ ਮੈਨੂੰ ਕਰਨੀ ਚਾਹੀਦੀ ਹੈ, ਜੋ ਮੇਰਾ ਫਰਜ਼ ਬਣਦਾ, ਮੈਂ ਉਹਨੂੰ ਪਛਾਣਾ ਤੇ ਉਹਦੇ ਤੇ ਅਮਲ ਕਰਾਂ, ਤੇ ਜਿੱਥੇ ਤੁਸੀਂ ਆਪਣਾ ਬਚਾਅ ਕਰੋਗੇ, ਆਪਣੇ ਪਰਿਵਾਰ ਦਾ ਬਚਾਅ ਕਰੋਗੇ, ਆਪਣੇ ਆਲੇ ਦੁਆਲੇ ਸਮਾਜ ਦਾ ਵੀ ਬਚਾਅ ਕਰੋਗੇ। ਬਿਲਕੁਲ। ਸੋ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਅਪੀਲ ਜ਼ਰੂਰ ਕਰਨੀ ਚਾਹਾਂਗਾ ਕਿ ਪਲੀਜ਼ ਇਸ ਚੀਜ਼ ਨੂੰ ਸੀਰੀਅਸਲੀ ਲਓ ਔਰ ਬਹੁਤ ਟਾਈਮ ਨਹੀਂ ਜ਼ਿਆਦਾ ਲੱਗੇਗਾ, ਸ਼ਾਇਦ ਜੇ ਆਪਾਂ 2-3 ਮਹੀਨੇ ਹੋਰ 4 ਮਹੀਨੇ ਹੋਰ ਹੀ ਇਸ ਤਰੀਕੇ ਨੂੰ ਵਧੀਆ ਤਰੀਕੇ ਨਾਲ ਆਪਣੇ ਪ੍ਰੀਕਾਸ਼ਨਸ ਲੈ ਕੇ ਆਪਣਾ ਟਾਈਮ ਕੱਢਾਂਗੇ ਤਾਂ ਜ਼ਿਆਦਾ ਬਿਹਤਰ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਬਚਾਵਾਂਗੇ ਔਰ ਆਉਣ ਵਾਲੀ ਜਨਰੇਸ਼ਨ ਨੂੰ ਵੀ ਬਚਾ ਸਕਦੇ ਹਾਂ। ਔਰ ਦੇਖੋ ਇਕਨੋਮੀ ਦੀ ਵੀ ਆਪਾਂ ਜੁੜੇ ਹੋਏ ਹਾਂ ਇਸ ਚੀਜ਼ ਨਾਲ, ਸੋਸ਼ੋ ਇਕਨੋਮਿਕ ਤਰੀਕੇ ਨਾਲ, ਹੈ ਨਾ। ਸੋ ਆਪਾਂ ਉਸ ਚੀਜ਼ ਨੂੰ ਵੀ ਬਚਾਈਏ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੇ ਆਪ ਨੂੰ ਸਟੇਬਲ ਵੀ ਰੱਖਣਾ, ਫਾਈਨੈਂਸ਼ੀਅਲੀ ਵੀ ਸਟੇਬਲ ਰੱਖਣਾ, ਉਹ ਤਾਂ ਹੀ ਰੱਖ ਪਾਵਾਂਗੇ ਜੇ ਜਿੰਨੀ ਜਲਦੀ ਇਸ ਚੀਜ਼ ਨੂੰ ਆਪਾਂ ਕਾਬੂ ਕਰ ਲਾਂਗੇ। ਬਿਲਕੁਲ ਜੀ। ਹਰਕੀਰਤ ਜੀ, ਤੁਹਾਡਾ ਅੱਜ ਸਟੂਡੀਓ ਵਿੱਚ ਆਉਣ ਲਈ ਧੰਨਵਾਦ। ਥੈਂਕ ਯੂ ਕਰੋਲ ਸਾਹਿਬ। ਇਹ ਸੀ ਅੱਜ ਸਾਡਾ ਅੱਜ ਦਾ ਸਟਾਰਟਅਪ ਪ੍ਰੋਗਰਾਮ। ਤੁਸੀਂ ਆਪਣੇ ਵਿਚਾਰ ਸਾਨੂੰ ਦੇ ਸਕਦੇ ਹੋ, ਸਕਰੀਨ 'ਤੇ ਜਿੰਨੇ ਵੀ ਸਾਡੇ ਈਮੇਲ ਜਾਂ ਫੋਨ ਨੰਬਰ ਆਉਂਦਾ ਉਸ 'ਤੇ ਤੁਸੀਂ ਆਪਣੇ ਵਿਚਾਰ ਸਾਨੂੰ ਦੇ ਸਕਦੇ ਹੋ। ਸਾਨੂੰ ਤੁਹਾਡੇ ਵਿਚਾਰਾਂ ਦੀ ਹਮੇਸ਼ਾ ਉਡੀਕ ਰਹਿੰਦੀ ਹੈ। ਤੁਸੀਂ ਦੇਖਦੇ ਰਹੋ ਪੰਜਾਬ ਸਟਾਰ TV। ਮੈਨੂੰ ਦਿਓ ਇਜਾਜ਼ਤ। ਧੰਨਵਾਦ।